खबर लेंदे फतेहगढ़ साहब तो श्रोमणी गुरुद्वारा प्रबंधक कमेटी का मुलाजम शराब पी के घरवाली नाल करदा है कुटमार। फतेहगढ़ साहब विच एक महिला ते उसके बेटे वालों अपने पति वालों बुरी तरह कुटमार किए जाने के इल्जाम लगाए ने। जानकारी के मुताबिक हरप्रीत कौर का पति जरनैल सिंह जो कि मुस्तफाबाद श्रोमणी कमेटी विच बतौर मुलाजम अपनियां सेवावां दे रहे हैं। हरप्रीत कौर ने गंभीर इल्जाम लाउंदियां कहा कि उसका पति शराब भी पींदा है, मीट भी खांदा है ते उसदे पराई औरत दे नाल नाजायज़ संबंध भी ने। इस संबंध विच हरप्रीत कौर दे बेटे आकाशदीप ने भी अपने पिता ते अते ताए ते गंभीर इल्जाम लाए ने। इस मौके ते जरनैल सिंह नाल फोन ते संपर्क किया गया। उन्होंने दस्सिया कि मैं गुरुद्वारा साहब तो अपने घर राशन लैके जांदा सी ते मेरी पत्नी हरप्रीत कौर मैनू राशन लैके आउण तो चोर आखदी सी। और दूसरे पासे इस संबंध विच जदों गुरुद्वारा परिवार विछोड़ा आनंदपुर साहब दे मैनेजर मलकीत सिंह दे नाल फोन ते गलबात कीती ते उन्होंने दस्सिया कि मैनू इत्थे कुछ समा ही आया नूं होया है, मेरे समय विच हाले तक एक भी दिन हाजिर नहीं होया। इसकी जल्दी तो जल्दी रिपोर्ट बना के श्री अमृतसर साहब भेजी जाएगी। की गलबात हुई है आओ सुनते हैं। आकाशदीप तेरे फादर जरनैल सिंह ने जी कुटमार की हैगी आ, मतलब किदां गल शुरू हुई है? थोनू कुटिया किन्ना उन्हें? कुटिया जी वाधू 3 जणियां ने रल के कुटिया जी। जद असीं बाहर छुट के भजे फिर सानू बाहर भी एक पिंड का एक होर बंदा सीगा जी, उन्हें भी सानू फड़ लिया। फिर मैनू कल्ले नूं कुटिया जी इन्हां ने 4 जणियां ने जी। अच्छा, सट्टां कित्थे कित्थे लगियां? सट्टां मेरे सिर दे विच पतीले कुकर मारे ने जी इन्हां ने। ते नक ते भी लगी हुई आ? हाँ जी, नक ते मारिया जी, आ बुੱਲ ते मारिया जी, पट ते वज्जिया होया जी। मतलब इहने कोई प्रभाव नहीं समझी मुंडा साडा मार भी सकदे सी ये? हाँ जी, मारन दी पूरी कोशिश सीगी। रेप केस बनदा जी, जिवें उन्हां मेरी मम्मी नूं खिच के लेके गया जी अंदर। मैं मम्मी नूं छडाउण ਚੱਲਿਆ ਸੀਗਾ जी। कौन खिच के ले गया सी? सूट पाड़दा जी, मेरा ताया खिच के ले गया ਸੀਗਾ ਜੀ। ਉਹਨੂੰ ਮੁਨਸ਼ੀ ਕਹਿੰਦੇ ਨੇ ਜੀ, ਮੁਨਸ਼ੀ। अच्छा, मतलब गलत हरकतां कीतियां मां नाल तेरे नाल? हाँ जी। तो बर्दाश्त नहीं होईयां? सातों बर्दाश्त नहीं होईयां जी। ਤਾਂ ਮੈਂ ਛਡਾਇਆ ਫਿਰ ਮਾਤਾ ਨੂੰ। ਤੁਹਾਨੂੰ ਵੀ ਪੈ ਗਏ? हाँ जी। ਫਿਰ ਬਾਅਦ ਉਹ ਦਰਖਾਸਤ ਦੇਣ ਜਦੇ ਭੱਜ ਗਏ ਜੀ। ਫਿਰ ਅਸੀਂ ਉੱਥੇ ਹੀ ਸੀਗੇ। ਸਾਨੂੰ ਮੇਰੇ ਡੈਡੀ ਕਹਿੰਦੇ ਸੀਗੇ ਵੀ ਇੱਥੋਂ ਘਰ ਚੋਂ ਨਿਕਲ ਜਾਓ, ਟਿੰਡ ਫੋੜੀ ਚੱਕ ਲਓ ਆਪਣੀ, ਇੱਥੋਂ ਦਿਖਣੇ ਨਹੀਂ ਚਾਹੀਦੇ ਮੈਨੂੰ। ਸਾਡਾ ਤਾਇਆ ਰੋਜ਼ ਸ਼ਰਾਬ ਪੀ ਕੇ ਸ਼ਾਮ ਰਾਤ ਨੂੰ ਗਾਲਾਂ ਕੱਢਦਾ ਸੀਗਾ। ਨਹੀਂ ਕੋਈ ਮਾਂ ਤੇ ਤੇਰੇ ਤੇ ਇਲਜ਼ਾਮ ਵੀ ਲਾਉਂਦੇ ਨੇ ਉਹ? ਹਾਂਜੀ, ਮਾਂ ਮੰਮੀ ਮੈਨੂੰ ਜੀ ਕਹਿੰਦੇ ਵੀ ਤੇਰੇ ਨਾਲ ਫਲਾਣਾ ਬੰਦਾ ਫੜਿਆ, ਤੇ ਨਾ ਜੇ ਫੜਿਆ ਉਹ ਫੜਿਆ, ਕਟਾਣਾ ਸਾਹਿਬ ਬੰਦੇ ਫੜੇ, ਦੁਕਾਨ 'ਚ ਫੜੇ। ਮੇਰਾ ਤਾਇਆ ਕਹਿੰਦਾ ਵੀ ਮੈਂ 4 ਜਨਾਨੀਆਂ ਰੱਖੀਆਂ ਹੋਈਆਂ ਨੇ ਵੀ ਮੇਰੇ ਵਾਲੀ ਤਾਂ ਕੁਛ ਕਹਿੰਦੀ ਨਹੀਂ ਹੈਗੀ, ਵੀ ਇਹ ਤੇਰੇ ਡੈਡੀ ਨੇ ਇੱਕ ਰੱਖ ਵੀ ਲਈ, ਵੀ ਤੇਰੀ ਮੰਮੀ ਨੂੰ ਕੀ ਤਕਲੀਫ ਆ। ਉਹਨੇ ਮੈਨੂੰ ਇਹ ਗੱਲ ਕਹੀ ਹੈ ਜੀ। ਅੱਛਾ, ਮਤਲਬ ਪਰਿਵਾਰ ਵੀ ਮਤਲਬ ਕੋਈ ਗੱਲ ਨਹੀਂ ਹੈਗੀ ਵੀ ਸ਼ਰਾਫਤ ਵਾਲੀ ਹੈ? ਹਾਂਜੀ, ਸਾਰਾ ਪਰਿਵਾਰ ਜੀ ਡੈਡੀ ਦਾ ਸਾਥ ਦਿੰਦਾ ਵੀ ਜੇ ਚਾਹੇ ਸਾਡਾ ਮੁੰਡਾ ਗਲਤ ਆ ਵੀ ਕੋਈ ਨਹੀਂ ਵੀ। ਕੀ ਹੋਣਾ ਚਾਹੀਦਾ? ਤੇਰਾ ਬਾਪ ਆ, ਉਹ ਤੇਰੀ ਮਾਂ ਹੈ, ਕੁੱਟਦਾ ਮਾਰਦਾ ਇਹਨੂੰ, ਤੇਰੀ ਕੀ ਮੰਗ ਹੈ? ਮੇਰੀ ਤਾਂ ਇਹ ਮੰਗ ਹੈ ਜੀ ਵੀ ਸਾਨੂੰ ਖਰਚਾ ਮਿਲੇ, ਪੂਰਾ ਤਨਖਾਹ ਮਿਲੇ ਡੈਡੀ ਦੀ ਸਾਡੀ। ਕੋਈ ਇਨਸਾਫ ਮੰਗਦੇ ਹੋ? ਹਾਂਜੀ, ਇਨਸਾਫ ਮੰਗਦੇ ਆ ਜੀ, ਪੂਰਾ ਇਨਸਾਫ ਮੰਗਦੇ ਆ। ਗੁਰਦੀਪ ਸਿੰਘ ਹੈ ਜੀ। ਗੁਰਦੀਪ ਸਿੰਘ, ਕੀ ਮਾਮਲਾ ਹੋਇਆ ਤੁਹਾਡੀ ਭੈਣ ਦੇ ਨਾਲ? ਮਾਮਲਾ ਇਹ ਹੈ ਜੀ, ਦਾਰੂ ਪੀਂਦਾ ਹੈ, ਸ਼ਰਾਬ। ਕਟਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਦਫ਼ਤਰ ਦੇ ਵਿੱਚ ਇਹਨਾਂ ਨੇ ਮੀਟ ਖਾਦਾ ਬਣਾ ਕੇ ਜੀ। ਜਿਸ ਗੱਲ ਤੋਂ ਰੋਕਦੇ ਆ, ਵਿਰੋਧ ਕਰਦੇ ਆ, ਬੱਚੇ ਵਿਰੋਧ ਕਰਦੇ ਆ ਤਾਂ ਨਹੀਂ ਲਾਉਣਾ, ਫਿਰ ਲੜਦੇ ਆ। ਉੱਥੇ ਤੋਂ ਕਮਰਾ ਛਡਵਾ ਲਿਆ ਜਨਾਨੀ ਨੂੰ, ਕਿਸੇ ਨੂੰ ਕੋਟ ਵਾਲੀ ਕੋਈ ਜਨਾਨੀ ਨਾਂ ਤੇ ਮਸ਼ਹੂਰ ਹੈ, ਉਹਨੂੰ ਕਿਤੇ 2 ਟੀਨ ਘੀ ਦੇ ਚਕਾਤੇ ਨੇ। ਤੇ ਬੈਗ ਦੇ ਵਿੱਚੋਂ ਗੋਲੀਆਂ, ਨਸ਼ੀਲੀਆਂ, ਪਤਾ ਨਹੀਂ ਗੰਦੇ ਤੇਲ ਕਿੱਦਾਂ ਦੇ ਉਹ ਨਿਕਲੇ ਆ। ਇਹ ਖੁਦ ਦੱਸ ਰਹੇ ਆ ਕਿ ਨਿਕਲੇ ਆ। ਅੱਛਾ, ਇਹਨੂੰ ਕੁੱਟਦਾ ਮਰਦਾ ਕਿੰਨੇ ਸਾਲਾਂ ਤੋਂ? ਇਹ ਘੱਟ ਤੋਂ ਘੱਟ 15-20 ਸਾਲ ਹੋ ਚੁੱਕੇ ਆ ਕਿ ਕਾਫੀ ਵਾਰ ਫੈਸਲੇ ਵੀ ਹੋਏ ਵੀ ਜਦੋਂ ਵਿਆਹ ਹੋਇਆ ਜਾਂ ਤੇ ਬਾਅਦ? ਹਾਂ ਜੀ, ਉਸ ਤੋਂ ਬਾਅਦ ਇੱਕ ਫੈਸਲੇ ਵੀ ਹੋਏ ਕਿ ਫੈਸਲੇ 'ਚ ਇਹੀ ਕਹਿੰਦਾ ਰਿਹਾ ਕਿ ਹਾਂ ਮੈਂ ਸਾਥ ਦਊਂਗਾ ਜਾਂ ਮੈਂ ਸੰਭਾਲੂੰਗਾ, ਲੇਕਿਨ ਫਿਰ ਉੱਦਾਂ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਭਾਲਿਆ ਨਹੀਂ। ਕਿਸੇ ਨੇ ਕੁੱਟਮਾਰ ਕਰਤੀ। ਬੱਚਾ ਆ 4-5 ਜਾਣੇ ਇਕੱਲੇ ਬੱਚੇ ਨੂੰ ਚਿਮੜ ਗਿਆ, ਨੱਕ ਨੁੱਕ ਉਹਦਾ ਭੰਨਤਾ, ਸੱਟਾਂ ਸੁੱਟਾਂ ਮਾਰਤੀਆਂ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਕਿੰਨਾ ਨੁਕਸਾਨ ਹੋ ਗਿਆ ਸਾਡਾ। ਸਾਨੂੰ ਤਾਂ ਸਿਰਫ ਇਹ ਹੈ ਕਿ ਕਾਰਵਾਈ ਸਖਤ ਤੋਂ ਸਖਤ, ਕਿਉਂਕਿ ਹੁਣ ਲਾਸਟ ਸਟੇਜ ਹੋ ਚੁੱਕੀ ਹੈ ਜੀ। ਕਾਫੀ ਮਤਲਬ ਹੁਣ ਸਹਿਣ ਦੀ ਗੱਲ ਨਹੀਂ ਰਹੀ? ਹੁਣ ਸਹਿਣ ਦੀ ਗੱਲ ਨਹੀਂ ਰਹੀ। ਬਹੁਤ ਪਰੇਸ਼ਾਨ ਹੋ ਚੁੱਕੇ ਆ। ਘੱਟ ਤੋਂ ਘੱਟ 10-15 ਵਾਰ ਅਸੀਂ ਜਾਈਏ। ਫਾਦਰ ਸਾਹਿਬ ਸਾਡੇ ਹੈ ਨਹੀਂ, ਮਦਰ ਮੇਰੇ ਇਕੱਲੇ ਕਿੱਥੇ ਘੁੰਮਣ, ਮੈਂ ਇਕੱਲਾ ਰੇਹੜੀ ਕੱਪੜਿਆਂ ਦੀ ਲਾਉਣਾ, ਕੱਪੜੇ ਵੇਚ ਕੇ ਗੁਜ਼ਾਰਾ ਕਰਦਾ ਜਾਂ ਮੈਂ ਕੀ ਕਰਾਂ, ਕਿੱਥੇ ਜਾਵਾਂ, ਕਿਹਦੇ ਕੋਲ ਜਾਵਾਂ, ਕੋਈ ਸਮਝ ਨਹੀਂ ਆਉਂਦੀ। ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਕਾਰਵਾਈ ਕੀਤੀ ਜਾਵੇ, ਇਹਨੂੰ ਸਜ਼ਾ ਦਿੱਤੀ ਜਾਵੇ, ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਨਸਾਫ ਦੀ ਮੰਗ ਮੰਗਦੇ ਹਾਂ ਜੀ। ਅੱਛਾ, ਕਿੰਨੇ ਜਣਿਆਂ ਨੇ ਕੁੱਟਿਆ ਤੁਹਾਡੀ ਭੈਣ ਨੂੰ? ਇਹ ਘੱਟ ਤੋਂ ਘੱਟ 3-4 ਜਣਿਆਂ ਨੇ ਕੁੱਟਿਆ ਜੀ। ਕੁੱਕਰ ਮਾਰੇ ਇਹਨਾਂ ਦੇ ਸਿਰ ਦੇ ਵਿੱਚ, ਖੁਰਪੇ ਮਾਰੇ ਸਿਰ ਦੇ ਵਿੱਚ, ਖੁਰਪੇ ਬੱਚਿਆਂ ਦੇ ਖੁਰਪੇ ਲੱਗੇ ਹੋਏ ਆ, ਬੱਚੇ ਮਾਰੇ ਆ। ਪਿੰਡ ਵਾਲਿਆਂ ਨੇ ਕਿਸੇ ਨੇ ਬਾਲ ਫੜੇ ਆ, ਕਿਸੇ ਨੇ ਕੁਝ
ਮੈਨੂੰ ਜਦੋਂ ਫੋਨ ਆਇਆ ਮੈਂ ਅੱਬੜਦਾ ਹੀ ਉੱਠ ਕੇ ਭੱਜਿਆ, ਰਾਤ ਨੂੰ ਗੱਡੀ ਲੈ ਕੇ ਗਏ ਥਾਣੇ ਗਏ, ਉੱਥੇ ਵੀ ਸਾਡਾ ਕੋਈ ਇਨਸਾ ਗੱਲਬਾਤ ਨਹੀਂ ਕਿਸੇ, ਉਹ ਕਹਿੰਦੇ ਤੁਸੀਂ ਬਸੀ ਜਾਓ ਜੀ, ਬਸੀ ਗਏ, ਬਸੀ ਜਿਹੜੇ ਕਹਿੰਦੇ ਖੇੜੀ ਨੌ ਸਿੰਘ ਜਾਓ ਜੀ, ਖਮਾਣੋ ਜਾਓ ਜੀ, ਫਿਰ ਹਸਪੀਟਲ ਲੈ ਕੇ ਗਏ, ਹਸਪੀਟਲ ਵਾਲਿਆਂ ਨੇ ਵੀ ਐਡਮਿਟ ਨਹੀਂ ਕੀਤਾ ਤੇ 600 ਕੁਛ ਰੁਪਏ ਸਾਡੇ ਤੋਂ ਫੀਸ ਲੈ ਲਈ, ਐਡਮਿਟ ਉਹਨਾਂ ਨੇ ਕਰਿਆ ਨਹੀਂ ਸਾਨੂੰ। ਕਿਹੜੇ ਹਸਪੀਟਲ ਨੇ ਪੈਸੇ ਲਏ? ਖਮਾਣੋ ਸਰਕਾਰੀ ਹਸਪੀਟਲ ਨੇ ਸਾਡੇ ਤੋਂ ਪੈਸੇ, ਡਾਕਟਰ ਉੱਥੇ ਰਾਤ ਨੂੰ ਡਾਕਟਰ ਸੀਗੇ, ਉਹਨਾਂ ਨੇ ਪੈਸੇ ਲੈ ਲਏ। ਕਿੰਨੇ ਪੈਸੇ ਲਏ? ਉਹਨਾਂ ਨੇ 600 ਕੁਛ ਰੁਪਏ ਸਾਡੇ ਉਹ ਤੋਂ ਫਾਈਲ ਬਣਾਈ ਹੋਣੀ ਆ, ਉਹਨਾਂ ਨੇ ਦਿੱਤੇ ਆ, ਕਾਗਜ਼ ਸਲਿੱਪਾਂ ਦਿੱਤੀਆਂ ਆ ਤੇ ਮੈਂ ਉਹਨਾਂ ਦੇ ਨਾਲ ਬੰਦੇ ਦੇ ਨਾਲ ਉਹਨਾਂ ਦੇ ਨਾਲ ਥਾਣੇ ਦੇ ਵਿੱਚ ਵੀ ਗਿਆ ਆ ਉਹ ਦੇਣ ਵਾਸਤੇ। ਉਹ ਬੰਦਾ ਤੁਸੀਂ ਮੇਰੇ ਤੋਂ- ਗਰੀਬ ਪਰਿਵਾਰ ਨਾਲੋਂ? ਸਾਡੇ ਗਰੀਬ ਪਰਿਵਾਰ ਹੈ ਜੀ, ਹੁਣ ਇੱਥੇ ਕੋਈ ਰੋਜੀ ਰੋਟੀ ਹੈ ਨਹੀਂ, ਕੱਪੜੇ ਦਾ ਗੁਜ਼ਾਰਾ ਹੈ ਜੀ, ਕੱਪੜਾ ਮਾੜਾ ਮੋਟਾ ਰੇੜੀ ਤੇ ਜਿੰਨਾ ਵਿਕਦਾ ਆ ਉਹਦੇ ਨਾਲ, ਘਰ ਦੇ 2 ਬੱਚੀਆਂ ਆ, ਮੇਰੇ ਕੋਲ ਵਾਈਫ ਵੀ ਨਹੀਂ ਆ ਮੇਰੀ, ਤੇ ਉਹਨਾਂ ਨੂੰ ਇਹ ਪਾਲਣਾ ਆ, ਘਰ-ਬਾਰ ਵੀ ਚਲਾਉਣਾ ਆ, ਸਾਰਾ ਕੁਝ ਦੇਖਣਾ। ਬੜਾ ਤਸੱਦਦ ਤੁਹਾਡੇ ਨਾਲ ਹੋਇਆ? ਬਹੁਤ ਜ਼ਿਆਦਾ ਜੀ, ਸਾਡੇ ਨਾਲ ਅਸੀਂ ਗਰੀਬ ਪਰਿਵਾਰ ਆ, ਕਿੱਥੋਂ ਪੈਸੇ ਲਈਏ ਜੀ, ਸਾਡੇ ਕੋਲ ਪੈਸੇ ਨਹੀਂ। ਰਾਤ ਗਏ ਆ ਸਗੋਂ ਹਸਪੀਟਲ ਤੋਂ ਜਿਹੜਾ ਬੰਦਾ ਭੇਜਿਆ ਉਹ ਕਹਿੰਦਾ ਜੀ 200 ਰੁਪਇਆ ਦਿਓ ਮੈਨੂੰ, ਕਹਿੰਦਾ ਮੈਂ ਫਿਰ ਅੰਦਰ ਜਾ ਕੇ ਕਹਿੰਦਾ ਤੁਹਾਡੀ ਥਾਣੇ ਦੇ ਵਿੱਚ ਕੰਪਿਊਟਰ 'ਚ ਕਰਾ ਕੇ ਆਉਣਾ। ਮੈਂ ਗਿਆ ਨਾਲ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਆਪ ਹੀ ਦੇ ਦੇਣਾ 200, ਚੱਲ ਜੇ ਦੇਣਾ ਅੰਦਰ ਹੀ ਦੇਣਾ ਮੈਂ ਦੇ ਦੇਣਾ, ਲੇਕਿਨ ਉੱਥੋਂ ਮੇਰੇ ਤੋਂ ਕਿਸੇ ਨੇ 200 ਮੰਗਿਆ ਨਹੀਂ। ਅੱਛਾ, ਬਾਹਰਲੇ ਬੰਦੇ ਪੈਸੇ ਮੰਗਦੇ ਸੀ? ਠੀਕ ਹੈ ਜੀ, ਮੇਰੇ ਤੋਂ ਉੱਥੇ ਅੰਦਰ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ, ਲੇਕਿਨ ਉਹ ਬੰਦਾ ਮੇਰੇ ਤੋਂ ਕਹਿੰਦਾ ਸੀ, ਕਹਿੰਦਾ ਪੈਸੇ ਦੇ 200 ਰੁਪਇਆ ਦੇ। ਮੈਂ ਫਾਈਲ ਖੋਲ ਲਈ, ਉਹਨੇ ਇਹਦੇ 'ਚ ਰੱਖਦੇ, ਕਹਿੰਦਾ ਦੇਣੇ ਆ। 3-4 ਵਾਰ ਮੇਰੇ ਕਹਿਣ ਦੇ ਬਾਵਜੂਦ ਫਿਰ ਮੈਂ ਉਹਦੇ ਨਾਲ ਅੰਦਰ ਗਿਆ। ਸੋ ਇਦਾਂ ਦਾ ਕੰਮ ਆ ਜੀ, ਕੀ ਕਰੀਏ, ਪੈਸੇ ਕਿੱਥੋਂ ਦੇਈਏ, ਕਿਹਨੂੰ ਕਹੀਏ। ਕੀ ਨਾਂ ਤੁਹਾਡਾ? ਹਰਪ੍ਰੀਤ ਕੌਰ। ਅੱਛਾ, ਆਪਣੀ ਬੇਟੀ ਕੀ ਨਾਂ ਜੀ ਬੇਟੀ ਦਾ? ਹਰਪ੍ਰੀਤ ਕੌਰ। ਕਿੱਥੇ ਵਿਆਹੀ ਸੀ ਇਹ? ਇਹ ਮੁਸਤਫਾਬਾਦ। ਅੱਛਾ, ਕੀ ਨਾਂ ਉਹਦੇ ਘਰ ਵਾਲੇ ਦਾ? ਜਰਨੈਲ ਸਿੰਘ। ਅੱਛਾ, ਗੱਲ ਕੀ ਹੋਈ? ਇਹ ਬਸ ਗਿਆਨੀ ਹੈਗਾ ਜੀ, ਸ਼ਰਾਬ ਪੀਂਦਾ, ਲੜਦਾ, ਮਾਰ ਕਟਾਈ। ਸ਼ਰਾਬ ਪੀਂਦਾ ਹੈ? ਸ਼ਰਾਬ ਪੀਂਦਾ, ਮੀਟ ਖਾਂਦਾ, ਨਸ਼ਾ ਕਰਦਾ ਪੂਰਾ। ਨਹੀਂ, ਤੁਹਾਨੂੰ ਕੀ ਪਤਾ? ਅਸੀਂ ਸਾਡੇ ਘਰ ਖਾਦਾ ਹੀ, ਵਿਆਹ ਨੂੰ ਵੀ ਖਾਦਾ ਉਹਨੇ। ਨਹੀਂ, ਹੁਣ ਤੁਹਾਡੇ ਕੋਲ ਕੋਈ ਸਬੂਤ ਹੈਗਾ? ਇਹਨੂੰ ਪਤਾ ਹੋਊਗਾ, ਬੇਟੀ ਨੂੰ ਕੱਢਿਆ ਸੀ ਗੋਲੀ ਪਤਾ ਨਹੀਂ, ਬਾਕੀ ਦਾ ਮੈਨੂੰ। ਅੱਛਾ, ਸ਼ਰਾਬ ਪੀਂਦਾ। ਲੜਾਈ ਹੋਈ, ਉਹ ਬੈਠੇ ਸੀ ਨਹੀਂ, ਫਿਰ ਕੁੱਟਮਾਰ ਕਿਉਂ ਕੀਤੀ ਇਹਦੇ ਨਾਲ? ਰਾਤ ਦੇ ਜੇਠ ਨੇ ਪਹਿਲਾਂ ਇਹਨੂੰ ਫੜਿਆ ਅੰਦਰੋਂ ਕਮਰੇ ਚੋਂ, ਹਾਂ, ਤੇ ਜਦੇ ਆ ਕੇ ਉਹ ਕੁੱਟਣ ਲੱਗੇ। ਮੀਟ ਖਾਦਾ ਉਹਨੇ, ਅੰਦਰ ਕੁੰਡਾ ਲਾ ਕੇ ਰੋਕਦੇ ਸੀਗੇ। ਹਾਂ। ਉਹ ਕਹਿੰਦਾ ਮੈਂ ਖਾਊਂਗਾ, ਤੂੰ ਕਰ ਲੈਂਦੇ ਲੜਾਈ ਹੋਈ। ਅੱਛਾ, ਮੀਟ ਖਾਣ ਪਿੱਛੇ ਹੋਇਆ? ਹਾਂਜੀ। ਸ਼ਰਾਬ ਪੀਣ ਪਿੱਛੇ ਹੈ? ਹਾਂਜੀ ਹਾਂਜੀ। ਕਿੱਥੇ ਲੱਗਿਆ ਵਾ ਪਾਠੀ ਉਹ? ਉਹ ਆਪਣਾ ਪਰਿਵਾਰ ਵਿਛੋੜ ਬਦਲੀ ਕਰਦੀ, ਪਹਿਲਾਂ ਕਟਾਣਾ ਫਤਿਹਗੜ੍ਹ ਸੀ, ਫਿਰ ਕਟਾਣਾ ਸਾਹਿਬ ਸੀਗਾ ਜੀ, ਫਤਿਹਗੜ੍ਹ ਤੋਂ ਕਟਾਣਾ ਸਾਹਿਬ ਤੋਂ ਲਾਡਾ ਸਾਹਿਬ। ਹਾਂਜੀ। ਹੁਣ ਪਰਿਵਾਰ ਵਿਛੋੜ ਭੇਜਿਆ ਜੀ ਉਹ। ਨਹੀਂ, ਅੱਛਾ, ਸ਼ਰਾਬ ਕਰਕੇ ਕੋਈ ਪਹਿਲਾਂ ਵੀ? ਹਾਂਜੀ ਹਾਂਜੀ। ਸ਼ਰਾਬ ਦਾ ਉਹਦੇ ਮਤਲਬ ਪਹਿਲਾਂ ਕੋਈ ਅਸਰ ਸੀਗਾ ਸ਼ਰਾਬ ਦਾ? ਮਤਲਬ ਕਿਸੇ ਨੂੰ ਪਤਾ ਸੀ ਗੁਰਦੁਆਰੇ ਵਾਲਿਆਂ ਨੂੰ ਉਹਨਾਂ ਨੂੰ ਸਭ ਨੂੰ ਪਤਾ ਜੀ, ਵੀ ਇਹ ਸ਼ਰਾਬ ਪੀਂਦਾ? ਸਭ ਨੂੰ ਪਤਾ ਜੀ। ਅੱਛਾ, ਤੁਸੀਂ ਕਦੇ ਕੋਈ ਦਰਖਾਸਤ ਦਿੱਤੀ ਨਹੀਂ ਉਹਦੇ ਖਿਲਾਫ? ਉਹ ਗੁੜੀਆਂ ਨੇ ਦਿੱਤੀ ਸੀ, ਕਿਹਾ ਇੱਕ ਨੇ ਸਮਝਾਈ ਗਏ, ਨਹੀਂ ਮੰਨਿਆ ਉਹ। ਅੱਛਾ, ਹੁਣ ਸ਼ਰਾਬ ਪੀ ਕੇ ਕੁੱਟਿਆ ਇਹਨੂੰ? ਵੀ ਹਾਂਜੀ ਸ਼ਰਾਬ ਪੀ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਕਿੰਨਾ ਕੁੱਟਿਆ ਕੁੜੀ ਨੂੰ? ਉਹ ਦੇਖੋ ਜ਼ਖਮ ਹੋਏ ਹੋਏ ਨੇ, ਕੁੜੀ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ, ਮੁੰਡਾ ਉਹ ਪਿਆ ਜੀ, ਉਹਦੇ ਲੱਗਿਆ ਸੱਟਾਂ। ਦਰਖਾਸਤ ਦਿੱਤੀ ਕਿਤੇ? ਦਰਖਾਸਤ ਦਿੱਤੀ ਹੋਈ ਜੀ, ਐਸਐਸਪੀ ਨੂੰ ਵੀ ਦਿੱਤੀ ਹੈ, ਥਾਣੇ ਦੇ ਵਿੱਚ 5 ਵਾਰ ਫੈਸਲਾ ਹੋ ਗਿਆ ਜੀ। ਨਹੀਂ, ਹੁਣ ਅੱਜ ਜਦੋਂ ਕੁੱਟੀ ਹੈ ਜਾਤੇ ਬਾਅਦ ਕੋਈ ਦਰਖਾਸਤ ਦਿੱਤੀ? ਉਹ ਤਾਂ ਇੱਕ ਦਿਨ ਪਹਿਲਾਂ ਦਿੱਤੀ ਸੀ ਜੀ। ਅੱਛਾ, ਹਾਂਜੀ ਬਾਅਦ ਚ ਕੁੱਟਿਆ ਹੈ? ਹਾਂਜੀ, ਬਾਅਦ ਚ ਕੁੱਟਿਆ, ਅੱਜ ਹੁਣ ਦਿੱਤੀਆਂ ਨੇ, ਅੱਜ ਅਸੀਂ ਦਰਖਾਸਤਾਂ ਭੇਜੀਆਂ ਨੇ ਜੀ। ਅੱਛਾ, ਕੋਈ ਕਾਰਵਾਈ ਕੀਤੀ ਪੁਲਿਸ ਨੇ? ਹਾਲੇ ਕੋਈ ਕਾਰਵਾਈ ਨਹੀਂ ਕੀਤੀ। ਰਾਤੀ ਖਮਾਣੋ ਗਏ ਸੀ, ਉਹਨਾਂ ਨੇ ਨਹੀਂ ਕੋਈ ਕਾਰਵਾਈ ਕੀਤੀ। ਥਾਣੇ 'ਚ ਗਏ ਤਾਂ ਉਹਨਾਂ ਨੇ ਨਹੀਂ ਕੋਈ ਸੁਣਵਾਈ। ਮੰਗ ਕੀ ਕਰਦੇ ਹੋ? ਅਸੀਂ ਬਸ ਇਨਸਾਫ ਮੰਗਦੇ ਹਾਂ ਜੀ, ਇਨਸਾਫ ਚਾਹੀਦਾ ਸਾਨੂੰ, ਠੀਕ। ਉਹਦੇ ਪਰ ਕੋਈ ਕਾਰਵਾਈ ਦੀ ਮੰਗ ਨਹੀਂ? ਕਾਰਵਾਈ ਕਰਨੀ ਹੈ ਅਸੀਂ। ਅੱਛਾ, ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਹਾਂਜੀ, ਕਾਰਵਾਈ ਦੀ ਮੰਗ ਕਰਦੇ ਹਾਂ। ਗੁਰਦੁਆਰੇ ਸ਼੍ਰੋਮਣੀ ਕਮੇਟੀ ਨੇ ਕਿਉਂ ਰੱਖਿਆ ਇਹ ਬੰਦੇ ਨੂੰ ਉੱਤੇ? ਨਹੀਂ, ਤੁਹਾਡਾ ਜਮਾਈ ਹੈ ਜੀ ਮਾਤਾ? ਨਹੀਂ, ਮਤਲਬ ਹੀ ਨਹੀਂ ਕੋਈ। ਹੁਣ ਤਾਂ ਜਵਾਈ ਦਾ ਰਿਸ਼ਤਾ ਹੀ 20 ਸਾਲ ਹੋ ਗਏ ਇਹਨੂੰ ਕੁੱਟ ਖਾਂਦੀ ਨੂੰ। 20 ਅੱਛਾ, ਸਾਲ 20 ਸਾਲ ਦਾ ਕੁੱਟਦਾ ਹੈ? 20 ਸਾਲ ਹੋ ਗਏ ਜੀ ਇਹਨੂੰ, ਅਸੀਂ ਧੜਾਈ ਜਾਂਦੇ ਆ। ਅਸੀਂ ਅੱਛਾ। ਕਹੀਏ ਕੋਈ ਗੱਲ ਨਹੀਂ, ਅੱਜ ਬੱਚੇ ਜਵਾਨ ਹੋ ਗਏ, ਅੱਜ ਬੱਚੇ ਜਵਾਨ ਹੋ ਗਏ। ਕਿੰਨੇ ਬੱਚੇ ਨੇ ਉਹਦੇ? ਤਿੰਨ ਜੀ, ਕਾਕਾ ਇੱਕ ਗੁੱਡੀ ਹੈ। ਅੱਛਾ, ਉਹ ਕਿੱਥੇ ਨੇ ਬੱਚੇ? ਇੱਕ ਕਾਕਾ ਹੈ ਜੀ, ਗੁੱਡੀ ਗੁਰਦੁਆਰਾ ਸਾਹਿਬ ਗਈ ਹੈ। ਦੂਜਾ ਮੁੰਡਾ ਕਟਾਣਾ ਸਾਹਿਬ ਜੀ, ਪੜਦਾ +2 ਚ। ਅੱਛਾ, ਮਤਲਬ ਬੱਚੇ ਵੀ ਨਹੀਂ, ਮਤਲਬ ਬੱਚਿਆਂ ਨੂੰ ਵੀ ਕੁੱਟਦਾ ਨਾਲ? ਬੱਚੇ ਨੂੰ ਕਹਿੰਦਾ ਮੇਰੇ ਹੈ ਹੀ ਨਹੀਂ ਜੀ। ਅੱਛਾ, ਹਾਂਜੀ। ਬੱਚਿਆਂ ਨੂੰ ਮੰਨਦਾ ਨਹੀਂ? ਨਾ ਜੀ ਨਾ, ਬਿਲਕੁਲ ਨਹੀਂ। ਨਾ? ਹਰਪ੍ਰੀਤ ਕੌਰ। ਅੱਛਾ, ਕੀ ਗੱਲ ਹੋ ਗਈ ਸੀ ਕੱਲ? ਕੀ ਗੱਲ ਹੋ ਜਦੋਂ ਕੁੱਟਿਆ ਤੁਹਾਨੂੰ? ਕੱਲ ਅਸੀਂ, ਮੈਂ ਤੇ ਮੇਰਾ ਮੁੰਡਾ, ਅਸੀਂ ਕਮਰੇ 'ਚ ਹੀ ਬੈਠੇ ਸੀ ਜੀ। ਤੇ ਮੇਰਾ ਘਰ ਵਾਲਾ ਆਇਆ ਸੀਗਾ, ਕੀ ਨਾਂ ਘਰ ਵਾਲੇ ਦਾ? ਜਰਨੈਲ ਸਿੰਘ। ਜੀ ਉਹ ਡਿਊਟੀ ਤੋਂ ਆਇਆ ਸੀ, ਪਰਿਵਾਰ ਵਿਛੋੜੇ ਡਿਊਟੀ ਕਰਦਾ। ਜੀ। ਮੈਂ ਜਣੀ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਕਹਿੰਦੇ ਆਪਣੀ ਭਰਜਾਈ ਨੂੰ ਕਿਹਾ, ਕਹਿੰਦਾ ਚਾਹ ਬਣਾ। ਮੈਂ ਉਹਨੂੰ ਕਿਹਾ ਵੀ ਮੈਂ ਵੀ ਤਾਂ ਹੈਗੀ ਆ, ਤੂੰ ਮੈਨੂੰ ਕਹਿ ਚਾਹ ਬਣਾਉਣ ਨੂੰ, ਵੀ ਹਰਪ੍ਰੀਤ ਚਾਹ ਦੇ। ਜੀ। ਮੈਨੂੰ ਨਹੀਂ ਕਿਹਾ। ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਦਾਲ ਰੋਟੀ ਵੀ, ਦਾਲ ਬਣੀ ਪਈ ਆ, ਰੋਟੀ ਉਰੇ ਖਾਣੀ ਆ। ਪਰ ਮੇਰੇ ਜੇਠ ਨੇ ਮੀਟ ਬਣਾਇਆ ਹੋਇਆ ਸੀ, ਉਹ ਕਹਿੰਦਾ ਵੀ ਮੈਂ ਉੱਧਰ ਰੋਟੀ ਖਾਣੀ ਆ। ਉਹ ਜਦੋਂ ਵੀ ਆਉਂਦਾ ਏ ਉਹ ਮੀਟ ਬਣਾਉਂਦੇ ਨੇ ਤੇ ਮੇਰੇ ਘਰ ਵਾਲੇ ਨੂੰ ਖਵਾਉਂਦੇ ਨੇ, ਸਾਡੀ ਲੜਾਈ ਹੁੰਦੀ ਹੈ ਫਿਰ। ਅੱਛਾ, ਇਹ ਗੁਰਦੁਆਰੇ ਲੱਗ ਪਾਠੀ ਆ ਇਹ? ਹਾਂਜੀ, ਇਹ ਪਰਿਵਾਰ ਵਿਛੋੜੇ ਡਿਊਟੀ ਕਰਦਾ ਜੀ। ਅੱਛਾ, ਜੇਠ ਵੀ ਤੁਹਾਡਾ ਅਮਰ ਛਕਿਆ ਹੋਇਆ? ਨਾ ਨਾ, ਜੇਠ ਮੇਰਾ 1 ਨੰਬਰ ਦਾ ਸ਼ਰਾਬੀ ਹੈ ਜੀ। ਉਹਨੇ ਕੱਲ ਵੀ ਸਾਨੂੰ ਕੁੱਟਣ ਲੱਗੇ, ਬਹੁਤ ਸ਼ਰਾਬ ਪੀਤੀ ਸੀ ਤੇ ਸਾਨੂੰ ਕੁੱਟ-ਕੱਟ ਕੇ ਉਹ ਰਿਪੋਰਟ ਲਿਖਾਉਣ ਚਲੇ ਗਏ ਖੇੜੀ। ਪਰ ਪੁਲਿਸ ਵਾਲਿਆਂ ਨੇ ਉਹਨੂੰ ਬਿਲਕੁਲ ਨਹੀਂ ਪੁੱਛਿਆ ਵੀ ਤੂੰ ਸ਼ਰਾਬ ਪੀਤੀ ਆ, ਕੁੱਟਿਆ ਤੂੰ, ਵੀ ਤੂੰ ਸ਼ਰਾਬ ਪੀ ਕੇ ਤੂੰ ਕੁੱਟਿਆ ਹੋਊਗਾ। ਉਹਨੂੰ ਨਹੀਂ ਕੁੱਟਿਆ। ਉਹ 3 ਜਣੇ ਐਡੇ ਤਕੜੇ, ਅਸੀਂ ਮਾਂ ਪੁੱਤ।
ਅੱਛਾ, ਦੋਵਾਂ ਨੂੰ ਕੁੱਟਿਆ? ਹਾਂਜੀ, ਆ ਦੇਖੋ ਮੇਰੇ ਮੁੰਡੇ ਦੇ ਸਿਰ ਦੇ ਵਿੱਚ ਬਹੁਤ ਗੁੱਝੀਆਂ ਸੱਟਾਂ ਲੱਗੀਆਂ ਹੋਈਆਂ ਨੇ, ਡਾਕਟਰ ਸਾਡੇ ਟੀਕੇ ਕਰਕੇ ਗਿਆ ਹੁਣ। ਅੱਛਾ ਹਾਂਜੀ ਅੱਛਾ, ਤੁਹਾਨੂੰ ਫਿਰ ਕੁੱਟਿਆ ਉਹਨੇ? ਹੈਂ ਜੀ। ਹਾਂਜੀ, ਆ ਮੇਰੇ ਇੱਧਰ ਖੂਨ ਨਿਕਲਦਾ ਸਿਰ ਤੋਂ, ਅੱਜ ਮਾੜੀ ਜੀ ਦਵਾਈ ਲਾਈ ਆ ਮੈਂ ਥੋੜੀ ਅੱਛਾ, ਜਿਹੀ। ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਸਰਕਾਰ ਤੋਂ, ਕੀ ਮੰਗ ਕਰਦੇ ਹੋ? ਵੀਰ ਜੀ, ਮੈਨੂੰ ਤਾਂ 20 ਸਾਲ ਹੋ ਗਏ ਜ਼ੁਲਮ ਸਹਿੰਦੀ ਨੂੰ, ਪਰ ਇਹਨਾਂ ਦੀਆਂ ਮੈਂ ਬਹੁਤ ਗਲਤੀਆਂ ਮੈਂ ਲੁਕੋਈਆਂ ਵੀ ਨੇ ਸਰਕਾਰ ਕੋਲ, ਆਪਣੇ ਸ਼੍ਰੋਮਣੀ ਕਮੇਟੀ ਨੂੰ ਵੀ ਕੁਝ ਨਹੀਂ ਦੱਸਿਆ ਮੈਂ, ਲੁਕਾਉਂਦੀ ਰਹੀ, ਪੜਦੇ ਪਾਉਂਦੀ ਰਹੀ। ਦੀ ਗਲਤੀਆਂ ਦੀ ਨਾਡਾ ਸਾਹਿਬ ਬਦਲੀ ਹੋਈ ਸੀ ਚੋਰੀ ਦੇ ਕੇਸ ਵਿੱਚ, ਹਾਂਜੀ, ਉਹ ਚ ਵੀ ਮੈਂ ਇਹਨੂੰ ਪੂਰਾ ਸਾਥ ਦਿੱਤਾ, ਮੈਂ ਬਹੁਤਾ ਰੌਲਾ ਨਹੀਂ ਕਿਸੇ ਕੋਲ ਪਾਇਆ, ਪਰ ਹੁਣ ਮੈਂ ਇਹਨੂੰ ਬਖਸ਼ਣਾ ਨਹੀਂ ਚਾਹੁੰਦੀ। ਹੁਣ ਸ਼ਰਾਬ ਕਿੰਨਾ ਚਿਰ ਤੋਂ ਪੀਂਦਾ ਹੈ? ਵੀਰ ਜੀ, ਇਹ ਤਾਂ ਜਦੋਂ ਮੇਰੇ ਵਿਆਹ ਤੋਂ ਬਾਅਦ ਇੱਥੇ ਸਾਡੇ ਵਿਆਹ ਸੀਗਾ ਸਾਡੇ ਆਪਣੇ ਪਰਿਵਾਰ 'ਚ, ਇਹਨੇ ਉੱਥੇ ਪੀਤੀ ਸੀਗੀ ਪਹਿਲਾਂ। ਅੱਛਾ, ਫਿਰ ਪੀ ਗਿਆ ਮਤਲਬ? ਹਾਂ, ਪੀਂਦਾ ਇਹ ਜੀ, ਜਦੋਂ ਵੀ ਇਹਨੂੰ ਮੌਕਾ ਮਿਲਦਾ ਪੀਂਦਾ। ਨਾ ਪੀ ਕੇ ਗੁਰਦੁਆਰਾ ਸਾਹਿਬ ਵੀ ਚਲਾ ਜਾਂਦਾ ਡਿਊਟੀ ਤੇ? ਚਲੇ ਵੀ ਜਾਂਦਾ ਹੋਊਗਾ, ਮੈਂ ਨਹੀਂ ਕਹਿ ਸਕਦੀ ਜਾਣੀ ਇਹ ਗੱਲ। ਅੱਛਾ, ਤੁਹਾਨੂੰ ਪੀ ਕੇ ਕੁੱਟਦਾ ਮਾਰਦਾ ਹੈ? ਹਾਂਜੀ ਹਾਂਜੀ ਹਾਂਜੀ। ਬਾਕੀ ਇਹਦੇ ਜਿਹੜੀਆਂ ਗੋਲੀਆਂ ਨਿਕਲਦੀਆਂ ਨੇ ਅੰਦਰੋਂ, ਬੈਗਾਂ ਚੋਂ, ਕੱਪੜਿਆਂ ਚੋਂ, ਜਿਹੜੇ ਬਾਕੀ ਹੋਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਨੇ, ਮੈਂ ਦੱਸ ਨਹੀਂ ਸਕਦੀ। ਦੱਸੋ ਜੀ, ਦੱਸੋ। ਤੇਲ ਵਗੈਰਾ, ਜਿਹੜੇ ਗੰਦੇ ਤੇਲ ਨੇਗੇ, ਉਹ ਇਹ ਨਿਕਲਦੇ ਨੇ ਜਿਹੜੇ ਕਿ ਨਹੀਂ ਵਰਤਣੇ ਚਾਹੀਦੇ ਇਹਨੂੰ। ਗੋਲੀਆਂ, ਇੱਕ ਗੋਲੀ ਦਾ ਨਾਂ ਬੈਂਗਰ ਬੁੰਗਰ ਪਤਾ ਨਹੀਂ ਕੀ, ਉਹ ਵੀ ਇਹ ਵਰਤਦਾ ਹੈਗਾ। ਉਹ ਕਾਹਦੇ ਵਾਸਤੇ, ਕੀ ਜ਼ਰੂਰਤ ਹੈ ਇਹ ਜਿਹੀਆਂ ਗੋਲੀਆਂ ਦੀ ਉਹਨੂੰ ਅੱਛਾ, ਖਾਣ ਦੀ? ਮਤਲਬ ਗੁਰਸਿੱਖੀ ਵਾਲੀ ਕੋਈ ਗੱਲ ਨਹੀਂ ਉਹ 'ਚ? ਨਾ ਨਾ, ਕੋਈ ਬਿਲਕੁਲ ਕੋਈ ਗੱਲ ਗੁਰਸਿੱਖੀ ਵਾਲੀ ਨਹੀਂ ਹੈਗੀ। ਨਜਾਇਜ਼ ਸੰਬੰਧ ਵੀ ਨੇ ਇਹਦੇ ਜਨਾਨੀਆਂ ਨਾਲ ਵਿੱਚ। ਪਰਸਨਲ ਨੰਬਰ ਰੱਖੇ ਹੋਏ ਨੇ ਇਹਨੇ, ਉਹਨਾਂ ਤੋਂ ਹੀ ਇਹ ਜਨਾਨੀਆਂ ਨੂੰ ਫੋਨ ਕਰਦਾ। ਇੱਕ ਨੰਬਰ ਤਾਂ ਮੈਂ ਦਿੱਤਾ ਵੀ ਤੇ ਪੁਲਿਸ ਵਾਲਿਆਂ ਨੂੰ ਵੀ ਇਹ ਨੰਬਰ ਤੋਂ ਤੁਸੀਂ ਕਾਲ ਕਰਕੇ ਦੇਖੋ, ਜਨਾਨੀ ਬੋਲਦੀ ਹੈ। ਪੁਲਿਸ ਵਾਲੇ ਨੇ ਉਹ ਵੀ ਕੋਈ ਇਨਕੁਆਰੀ ਨਹੀਂ ਕਰੀ ਜੀ, ਉਹ ਮੈਂ ਇਹਦੇ ਬੈਗ ਚੋਂ ਹੀ ਕੱਢਿਆ ਸੀਗਾ। ਠੀਕ ਹੈ। ਕੀ ਮਤਲਬ ਇਹ ਜਿਹੜੇ ਜ਼ੁਲਮ ਹੈ ਕਰਦਾ, ਕੀ ਮੀਟ ਮੂਟ ਕਿੱਥੇ ਬਣਾਉਂਦਾ ਇਹ ਵੀਰ ਜੀ ਕਟਾਣਾ ਸਾਹਿਬ ਤੋਂ ਸ਼ੁਰੂ ਹੋਈ ਵੀ ਇਹ ਗੱਲ। ਅੱਛਾ, ਉੱਥੇ ਗੁਰਦੁਆਰੇ 'ਚ ਇਹ? ਹਾਂਜੀ, ਇਹ ਕਟਾਣਾ ਸਾਹਿਬ ਦੇ ਵਿੱਚ ਇਹਨੇ ਬਣਾਇਆ, ਦਫ਼ਤਰ ਦੇ ਵਿੱਚ। ਅੱਛਾ, ਗੁਰਦੁਆਰਾ ਸਾਹਿਬ? ਹਾਂਜੀ, ਦਫ਼ਤਰ ਦੇ ਵਿੱਚ ਮੀਟ ਬਣਿਆ। ਸ਼ੀਸ਼ੇ ਦਰਵਾਜ਼ੇ ਦੇ, ਟਾਕੀਆਂ ਦਰਵਾਜ਼ੇ ਬੰਦ ਕਰਕੇ, ਪਰਦੇ ਪੁਰਦੇ ਲਾ ਕੇ ਇਹ ਅੰਦਰ ਬਣਾ ਰਿਹਾ ਸੀ, ਰਸੋਈ 'ਚ ਖੜਾ ਇਹ। ਅੱਛਾ, ਮੈਨੇ ਪਰਦੇ ਦੀ ਛੋਟੀ ਜਿਹੀ ਬਿਰਲ ਵਿੱਚ ਨੂੰ ਦੇਖਿਆ ਇਹਨੂੰ ਮੀਟ ਬਣਾਉਂਦੇ ਨੂੰ। ਅੱਛਾ, ਮੀਟ ਗੁਰਦੁਆਰੇ ਹੀ ਬਣਾਤਾ ਇਹਨੇ? ਹਾਂਜੀ ਹਾਂਜੀ ਹਾਂਜੀ। ਜਦੋਂ ਅਸੀਂ ਫਿਰ ਰੌਲਾ ਪਾਇਆ ਸਾਡੇ ਨਾਲ, ਇਹਨੇ ਕੁੱਟਮਾਰ ਕੀਤੀ, ਮੇਰੇ ਵਾਲ ਪੱਟੇ, ਬਾਹ ਮਚੋਈ ਮੇਰੀ, ਬਹੁਤ ਜ਼ੁਲਮ ਕੀਤੇ ਨੇ ਜੀ। ਖਰਚਾ ਸਾਨੂੰ ਨਹੀਂ ਕੋਈ ਦਿੰਦਾ, ਤਨਖਾਹ ਦਾ ਅਸੀਂ ਕਦੇ ਤੋਂ ਹਿਸਾਬ ਨਹੀਂ ਮੰਗਿਆ। ਮੈਂ ਆਪ ਮਿਹਨਤ ਕਰਕੇ ਘਰ ਚਲਾਉਣੀ ਆ, ਮੈਂ ਲੋਕਾਂ ਦੀ ਸੂਟ ਸਿਲਾਈ ਕਰ ਕਰਕੇ ਗੁਜ਼ਾਰਾ ਕਰਦੀ ਰਹੀ ਹਾਂ, ਗੁਰਦੁਆਰੇ 'ਚ ਰਹਿ ਕੇ ਵੀ ਜੀ। ਇਹ ਤੋਂ ਤਨਖਾਹ ਦਾ ਕਦੇ ਹਿਸਾਬ ਨਹੀਂ ਮੈਂ ਮੰਗਿਆ, ਪਰ ਹੁਣ ਬਸ ਹੋ ਗਈ ਮੇਰੀ। ਹੁਣ ਮੈਂ ਕੋਈ ਜ਼ੁਲਮ ਨਹੀਂ ਸਹਿਣਾ ਚਾਹੁੰਦੀ, ਮੈਨੂੰ ਇਨਸਾਫ ਸਹੀ ਢੰਗ ਦਾ ਚਾਹੀਦਾ, ਪੂਰੀ ਕਾਰਵਾਈ ਕਾਨੂੰਨ ਕਰੀ ਬਸ। ਕਿ ਜਿਹੜਾ ਤੁਹਾਡੇ ਨਾਲ ਤਸੱਦਦ ਕਰਦਾ ਰਿਹਾ ਤੁਹਾਡੇ ਘਰ ਵਾਲਾ, ਕਿੰਨੇ ਜਵਾਕ ਨੇ ਤੁਹਾਡੇ? ਮੇਰੇ 3 ਜਵਾਕ ਹੈ ਜੀ। ਹਾਂਜੀ। ਮੁੰਡਾ ਮੇਰਾ 18 ਸਾਲ ਦਾ ਹੋਣੇ ਵਾਲਾ ਹੈ, ਇੱਕ 15 ਸਾਲ ਦਾ, ਕੁੜੀ ਹੈ 14 ਸਾਲ ਦੀ। 3 ਬੱਚੇ ਨੇ ਮੇਰੇ ਕੋਲ। ਮੈਨੂੰ ਬਹੁਤ ਇਹ ਪਰੇਸ਼ਾਨ ਕਰਿਆ ਪਿਆ ਇਹਨੇ। ਮੈਂ ਹੁਣ ਆਪਣੇ ਬੱਚੇ ਲੈ ਕੇ 3 ਕਿੱਥੇ ਜਾਵਾਂ? ਇਸ ਉਮਰ 'ਚ ਨਾ ਤਾਂ ਮੈਂ ਕਿਤੇ ਕੰਮ ਵੀ ਨਹੀਂ ਕਰ ਸਕਦੀ, ਕੋਈ ਬਿਮਾਰ ਹੈ, ਕੁੱਟਮਾਰ ਬਹੁਤ ਇਹਨਾਂ ਨੇ ਮੇਰੀ ਕਰੀ ਹੈ, ਮੇਰੇ ਅੰਗ ਅੰਗ ਦੁਖਦਾ ਮੇਰਾ ਸਾਰਾ। ਮੈਨੂੰ ਕੁਝ ਸਮਝ ਨਹੀਂ ਆਉਂਦੀ ਹੈਗੀ। ਜੇ ਮੇਰੀ ਕੋਈ ਵੀ ਕਾਰਵਾਈ ਨਹੀਂ ਹੁੰਦੀ, ਮੈਂ ਤਾਂ ਫਿਰ ਆਪਣੇ ਬੱਚੇ ਲੈ ਕੇ ਨਹਿਰ 'ਚ ਛਾਲ ਮਾਰ ਦੂੰਗੀ। ਫਿਰ ਇਹ ਵੀ ਖੁਸ਼, ਮੈਂ ਵੀ ਖੁਸ਼। ਹੁਣ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਕਿਵੇਂ ਇਨਸਾਫ ਮਿਲੂਗਾ? ਮੈਂ ਕੀ ਕਰਾਂ, ਕਿੱਥੇ ਜਾਵਾਂ? ਅੱਛਾ, ਬੱਚੇ ਤੁਹਾਡੇ ਬਰਾਬਰ ਦੇ ਹੋ ਗਏ ਹੈ ਜੀ? ਹਾਂਜੀ, ਮੇਰੇ ਬੜੇ ਮੁੰਡੇ ਦੀ ਦਾੜੀ ਆ, ਛੋਟਾ ਮੁੰਡਾ ਮੇਰਾ ਉਹ ਵੀ ਐਨ ਜਵਾਨ ਆ। ਅੱਛਾ, ਬੱਚੇ ਨੂੰ ਪਿਆਰ ਨਹੀਂ ਕਰਦਾ ਹੈ? ਬੱਚਿਆਂ ਨੂੰ ਜਮਾ ਪਿਆਰ ਨਹੀਂ ਕਰਦਾ। ਕੁੜੀ ਨੂੰ ਤਾਂ ਮੇਰੀ ਨੂੰ ਇਹਨੇ ਕਿਹਾ ਵੀ ਆ, ਕਹਿੰਦਾ ਵੀ ਮੈਂ ਤੇਰਾ ਬਾਪ ਨਹੀਂ ਹੈਗਾ, ਤੂੰ ਮੇਰੀ ਧੀ ਨਹੀਂ ਹੈਗੀ। ਮੈਨੂੰ ਕਹਿੰਦਾ ਇਹ ਪਿੰਡ, ਇਹ ਜਿੱਦਣ ਡਿਊਟੀ ਤੋਂ ਆਇਆ ਦੀ ਇੱਕ ਦਿਨ ਜਾਣ ਲੱਗਿਆ, ਮੈਨੂੰ ਕਹਿੰਦਾ ਮੇਰੇ ਆਉਂਦੇ ਨੂੰ ਆਪਣੀ ਟਿੰਡ ਫੋੜੀ ਚੱਕ ਕੇ ਇੱਥੋਂ ਭੱਜ ਜਾ। ਮੈਂ ਇਹਨੂੰ ਕਿਹਾ ਮੈਂ ਕੁੜੀ ਜਵਾਨ ਲੈ ਕੇ ਕਿੱਥੇ ਜਾਣਾ? ਮੈਨੂੰ ਕਹਿੰਦਾ ਜਿੱਥੇ ਤੂੰ ਖੇ ਖਾਏਂਗੀ ਉੱਥੇ ਤੇਰੀ ਕੁੜੀ ਖੇ ਖਾਊਗੀ। ਮੈਂ ਆਪਣੀ ਕੁੜੀ ਨੂੰ ਕਿੱਥੇ ਖੇ ਖਵਾਵਾਂ? ਮੈਨੂੰ ਤੁਸੀਂ ਦੱਸ ਦਿਓ ਇੱਕ ਵਾਰੀ। ਗਲਤ ਕੰਮ ਇਹ ਮੇਰੇ ਤੋਂ ਆਪ ਕਰਾਉਣੇ ਚਾਹੁੰਦਾ ਤੇ ਆਪ ਕਰਦਾ ਹੈ, ਮੈਂ ਕੀ ਕਰਾਂ? ਕੁਝ ਸਮਝ ਚ ਨਹੀਂ ਆਉਂਦਾ ਮੈਨੂੰ। ਬਾਕੀ ਸੁੱਕਾ ਰਾਸ਼ਨ ਦਾ ਦੇਖੋ, ਜਿੱਥੇ ਮੈਂ ਡਿਊਟੀ ਕਰਦਾ ਰਿਹਾ, ਘਰ ਵਾਸਤੇ ਬੇਸ਼ੱਕ ਮੈਂ ਥੋੜਾ ਬਹੁਤ ਲਿਆਉਣਾ, ਹਾਂਜੀ, ਪਰ ਉਹਦੇ ਵਿੱਚ ਵੀ ਮੇਰੀ ਮਿਸਜ ਨੇ ਮੈਨੂੰ ਇਹੀ ਗੱਲ ਕਹੀ ਹੈ ਵੀ ਤੂੰ ਚੋਰੀ ਕਰਕੇ ਲੈ ਕੇ ਆਉਣਾ ਹੈ ਜੇ ਘਰ ਵਾਸਤੇ। ਫਿਰ ਮੈਂ ਤਾਂ ਸੋਚਦਾ, ਮੈਂ ਜੇ ਮੈਂ ਸੁੱਕਾ ਰਾਸ਼ਨ ਵੀ ਘਰ ਵਾਸਤੇ ਨਹੀਂ ਲਿਆ ਸਕਦਾ, ਫਿਰ ਤੁਹਾਡਾ ਉਰੇ ਰੱਖਣ ਦਾ ਫਾਇਦਾ ਕੀ ਹੈ? ਜੇ ਤੁਹਾਨੂੰ ਮੈਂ ਮੁੱਲੇ ਖਵਾਉਣਾ, ਫਿਰ ਤਾਂ ਘਰੇ ਰਹੋ, ਆਪਣਾ ਟਾਈਮ ਨਾਲ ਉੱਥੇ ਪਾਸ ਕਰੋ, ਤੇ ਮੈਂ ਉੱਥੇ ਤੁਹਾਨੂੰ ਮੁੱਲਿਆ ਦਾ ਕੋਈ ਸਾਰਾ ਸਮਾਨ। ਇਹ ਵੀ ਗੱਲ ਠੀਕ ਆ ਤੇਰੀ, ਠੀਕ ਹੈ ਕਿ ਨਹੀਂ ਜੀ? ਹਾਂ। ਹੁਣ ਬੰਦਾ ਪਰਿਵਾਰ ਨੂੰ ਤਾਂ ਹੀ ਨਾਲ ਰੱਖਦਾ ਹੁੰਦਾ ਵੀ ਸਾਨੂੰ ਕੋਈ ਉੱਥੇ ਬਚੇ ਕੋਈ 4 ਰੁਪਏ। ਬਿਲਕੁਲ ਬਿਲਕੁਲ ਪਰ ਬਿਲਕੁਲ। ਇਹਨਾਂ ਨੇ ਫਿਰ ਵੀ ਨਹੀਂ ਕੁਝ ਬਚਾਇਆ ਹੈਗਾ। ਜੇ ਮੈਂ ਰਾਸ਼ਨ ਲਿਆਉਣਾ ਤਾਂ ਇਹਨਾਂ ਨੇ ਕਿਸੇ ਹੋਰ ਪਾਸੇ ਪੈਸੇ ਖਰਚਵਾ ਦੇਣੇ। ਅੱਛਾ, ਹਾਂਜੀ, ਮਤਲਬ ਬੇਕਦਰੀ ਕਰੀ ਤੁਹਾਡੇ ਰਾਸ਼ਨ ਜੇ ਤੁਸੀਂ ਲਿਆਂਦਾ ਵੀ ਆ ਗੁਰੂ ਘਰ ਤੋਂ ਹੈ? ਦੇਖੋ ਉਹਦੇ ਵਿੱਚ ਤਾਂ ਮੈਨੂੰ ਇਹ ਸਗੋਂ ਬਦਨਾਮੀ ਕਰਦੀ ਰਹੀ, ਇਹ ਵੀ ਚੋਰੀ ਕਰਕੇ ਲਿਆਉਂਦਾ ਜੀ। ਅੱਛਾ, ਜੇ ਚੀਜ਼ ਘਰ ਵਾਸਤੇ ਵੀ ਲਿਆਉਣਾ ਚੋਰੀ ਹੈ, ਫਿਰ ਬੰਦਾ ਕੀ ਹੋਰ ਕਿਹੜਾ ਖੂਬ ਪਟੂ ਕਿਸੇ ਪਾਸੇ ਕੀ ਕਰੂਗਾ ਦੱਸੋ ਮੈਨੂੰ? ਬਿਲਕੁਲ ਬਿਲਕੁਲ ਬਿਲਕੁਲ, ਮਾੜੀ ਗੱਲ ਹੈ। ਠੀਕ ਹੈ ਕਿ ਨਹੀਂ?
ਅੱਛਾ ਚਿੰਨੀ ਚੁੰਨੀ ਦੀ ਮਤਲਬ ਫਿਰ ਚੋਰੇ ਕਹਿਣ ਲੱਗੀ ਜੇ ਤੁਸੀਂ ਲਿਆਂਦਾ ਵੀ ਘਰ ਵਾਸਤੇ ਰਾਸ਼ਨ, ਫਿਰ ਤੁਹਾਨੂੰ ਚੋਰੇ ਕਹਿਣ ਲੱਗੀ ਫਿਰ ਤਾਂ ਇਹ ਹਾਂਜੀ ਫਿਰ ਤਾਂ ਚੋਰੇ ਕਹਿਣ ਲੱਗੀ ਵੀ ਚੋਰੀ ਕਰਕੇ ਲਿਆਂਦਾ। ਹਾਂਜੀ 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 ਸਰ ਤਾਂ ਹੀ ਕਹਿ ਰਿਹਾ ਵੀ ਚੋਰੀ ਕਰਕੇ ਲਿਆਉਂਦੇ ਉੱਥੋਂ। ਹੋ ਜੀ ਓਹੋ ਦੋਸ਼ ਨਹੀਂ ਲਾਉਣਾ ਚਾਹੀਦਾ। ਪਤਾ ਗੱਲ ਕੀ ਹੈ, ਜੇ ਕੋਈ ਵੀ ਮੁਲਾਜ਼ਮ ਹੈ, ਜਿੱਥੇ ਵੀ ਜਿਹੜਾ ਮੁਲਾਜ਼ਮ ਹੁੰਦਾ ਹੈ ਉਹ ਹਰ ਇੱਕ ਜਗ੍ਹਾ ਤੋਂ ਆਪਣਾ ਆਪਣਾ ਜਿਵੇਂ ਕੋਈ ਮਾੜਾ ਮੋਟਾ ਤਿਲਫੁਲ ਕਰੀ ਜਾਂਦਾ ਹੁੰਦਾ ਹੈ। ਸਾਨੂੰ ਇਹ ਹੁੰਦਾ ਸੀਗਾ ਵੀ ਮੈਨੂੰ ਇਹ ਜੇ ਲੰਗਰ ਦੇ ਵਿੱਚੋਂ ਸ਼ਾਮ ਨੂੰ ਦੁੱਧ ਲਿਆਉਣਾ, ਹਾਂਜੀ, ਜਾਂ ਸਾਨੂੰ ਕਦੇ ਹੋਇਆ ਲੰਗਰ ਇੰਚਾਰਜ ਨੇ ਮਾੜਾ ਮੋਟਾ ਕੋਈ ਦੇ ਦੇਣੀ, ਖੰਡ ਦੇ ਦੇਣੀ, ਪੱਤੀ ਦੇ ਦੇਣੀ ਜੀ, ਬਸ ਇਹੀ ਕੁਛ ਹੈ। ਅੱਛਾ ਸਾਰੇ ਲਿਜਾਂਦੇ ਨੇ। ਮਹੀਨੇ ਦੀ ਘਰੇ ਆਈ ਜਾਂਦੀ ਸੀ ਤਾਂ ਉਹਦੇ ਵਿੱਚ ਸਾਡਾ ਹੋਰ ਰਾਸ਼ਨਾਂ ਦੇ ਵਿੱਚ ਉਹ ਪੈਸਾ ਬਚ ਸਕਦਾ ਸੀ। ਜੀ ਜੀ। ਅੱਛਾ ਉਸਦੇ ਬਾਵਜੂਦ ਵੀ ਅਸੀਂ ਕੋਈ ਪੈਸਾ ਨਹੀਂ ਬਚਾਇਆ ਹੁਣ ਤੱਕ। ਬਿਲਕੁਲ ਬਿਲਕੁਲ। ਅੱਛਾ ਮੈਨੂੰ ਇਹ ਦੱਸੋ ਵੀ ਜਿੰਨੇ ਵੀ ਮੁਲਾਜ਼ਮ ਨੇ ਸਾਰੇ ਲਿਜਾਂਦੇ ਹੋਣੇ ਤਕਰੀਬਨ? ਨਹੀਂ ਦੇਖੋ ਜੀ ਤਕਰੀਬਨ ਨਹੀਂ ਸਾਰੇ ਹੀ ਲਿਆਂਦੇ ਸੀਗੇ, ਮਾੜਾ ਮੋਟਾ ਜਿੰਨਾ ਕਿ ਜਿਹਦਾ ਹੋਇਆ, ਪਰ ਸਾਨੂੰ ਲੱਗਿਆ ਕੋਈ ਸ਼੍ਰੋਮਣੀ ਕਮੇਟੀ ਨੂੰ ਨਹੀਂ ਸੀ ਹੋਇਆ ਇਹ। ਅੱਛਾ ਵੀ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਲੱਗਿਆ ਰਾਸ਼ਨ। ਉਹ ਤਾਂ ਮਤਲਬ ਪਿਆਰ ਚ ਦੇ ਦਿੰਦੇ ਸੀ ਉਤੋਂ। ਦੇਖੋ ਪਿਆਰ, ਜੇ ਅਸੀਂ ਡਿਊਟੀ ਕਰਦੇ ਸੀ, ਡਿਊਟੀ ਦੇ ਹਿਸਾਬ ਨਾਲ ਹਰ ਇੱਕ ਮੁਲਾਜ਼ਮ ਨੂੰ ਜੇ ਕੋਈ ਮਾੜਾ ਮੋਟਾ ਤਿਲਫੁਲ ਹੋਣਾ ਤਾਂ ਸਾਨੂੰ ਹਰੇਕ ਬੰਦਾ ਉਹ ਕਰਦਾ ਸੀਗਾ ਜੀ। ਉਹਦੇ ਵਿੱਚ ਇਹ ਨਹੀਂ ਮੈਂ ਹੀ ਗੱਲਾਂ ਲੈ ਕੇ ਆਉਂਦਾ ਸੀਗਾ, ਹਰੇਕ ਕੋਈ ਜਿਹੜੇ ਮੁਲਾਜ਼ਮ ਸੀ ਸਾਰਿਆਂ ਨੂੰ ਵੰਡ ਕੇ। ਅੱਛਾ ਵੰਡ ਕੇ ਦਿੰਦੇ ਸੀ। ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਹੈ। ਮੈਂ ਕੋਠੀ 'ਚ ਰਿਹਾ ਜੀ, ਕੋਠੀ 'ਚ ਉਹਨੂੰ ਜਿਹਨੂੰ ਮਰਜ਼ੀ ਪੁੱਛ ਲਿਓ, ਜਗਦੇਵ ਨਾਲ ਵੀ ਪਿਆਰ ਹੈ ਤਕਰੀਬਨ। ਤੇ ਕਿਉਂ ਕੋਠੀ ਦੇ ਵਿੱਚ ਤੁਹਾਨੂੰ ਪਤਾ ਪੱਤਰਕਾਰ ਸਾਡੇ ਕੋਲ ਅੱਗੇ ਬੈਠੀ ਰਹਿੰਦੇ ਸੀਗੇ, ਭੂਸ਼ਣ ਸ਼ੂਦ ਜੀ ਉਹਦੀ ਸਾਰੇ ਬੈਠੇ ਰਹਿੰਦੇ ਸੀ ਸਾਡੇ ਕੋਲ ਅੱਗੇ। ਕੋਈ ਮੈਂਬਰ ਆ ਗਿਆ, ਕੋਈ ਸਕੱਤਰ ਆ ਗਿਆ ਸਾਡਾ। ਅੱਛਾ ਰੋਟੀ ਪਾਣੀ ਉੱਥੇ ਹੀ ਖਾਂਦੇ ਤੇ ਸਾਰੇ? ਰੋਟੀ ਪਾਣੀ ਉੱਥੇ ਹੀ, ਕੋਠੀ ਦੇ ਵਿੱਚ ਮੇਰੀ ਡਿਊਟੀ ਹੁੰਦੀ ਸੀਗੀ। ਤਕਰੀਬਨ ਪੁਲਿਸ ਵਾਲੇ ਬਹੁਤ ਜਾਣਦੇ ਸੀਗੇ, ਸਾਡਾ ਸਾਰਾ ਸਟਾਫ। ਮੇਰੀ ਕੋਈ ਤੇ ਗੱਲਬਾਤ ਨਹੀਂ, ਵਧੀਆ ਡਿਊਟੀ ਚੱਲਦੀ ਰਹੀ ਹੈ। ਅੱਛਾ ਮੈਂ ਤਾਂ ਜਿਹੜਾ ਵੀ ਮਿੱਤਰ ਬੇਲੀ ਹੋਇਆ ਅਸੀਂ ਤਾਂ ਬਣਾ ਕੇ ਰੱਖੀ ਹਰ ਕਿ ਨਾਲ ਭਾਈ। ਕਿ ਅਸੀਂ ਕਿਹੜਾ ਆਪਣੇ ਘਰੋਂ ਖਵਾਉਣਾ, ਗੁਰੂ ਘਰ ਦਾ ਰਾਸ਼ਨ ਸੀਗਾ, ਤੁਸੀਂ ਕੌਮ ਦੀ ਸੇਵਾ ਕਰਦੇ ਹੋ, ਠੀਕ ਹੈ ਕਿ ਨਹੀਂ? ਨਹੀਂ ਮੇਤ ਜਣੀ ਉੱਥੇ ਹੁੰਦੀ ਸੀ ਲੰਗਰ ਦੀ, ਜਿਹੜਾ ਬਣਿਆ ਰਾਸ਼ਨ ਆਉਂਦਾ ਸੀਗਾ। ਇਹੀ ਹੈ ਵੀ ਤੁਹਾਨੂੰ ਚਾਹ ਪਾਣੀ ਛਕਾਉਂਦਾ ਰਿਹਾ ਮੈਂ। ਸੁੱਕਾ ਰਾਸ਼ਨ ਦਾ ਦੇਖੋ ਜਗਦੇਵ ਉਹਨਾਂ ਕੋਲ ਵੀ ਮੈਂ ਚਾਹ ਪਾਣੀ ਉਹਨੂੰ ਦਫ਼ਤਰ ਲਿਆਂਦੇ ਰਹੇ ਨੇ, ਉਹ ਮੇਰੇ ਕੋਲੋਂ ਲਿਆਂਦੇ ਹੁੰਦੇ ਸੀਗੇ। ਜਗਦੇਵ ਨਹੀਂ ਤਾਂ ਜਾਣਦੇ ਆ। ਅੱਛਾ ਹਾਂਜੀ ਭੂਸ਼ਣ ਸ਼ੂਦ ਜੀ ਨਹੀਂ ਆਉਂਦੇ ਰਹੇ, ਪ੍ਰਸ਼ਾਦਾ ਪਾਣੀ ਉੱਥੇ ਮੇਰੇ ਕੋਲ ਛਕਦੇ ਰਹੇ ਹੋ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਸਾਡੇ ਕੋਲ ਹੁੰਦਾ ਸੀ ਬਣ ਕੇ ਰਾਸ਼ਨ, ਅਸਤਾ ਬਣਿਆ ਹੋਇਆ ਦੁੱਧ ਹੁੰਦਾ ਸੀਗਾ, ਚਾਹ ਬਲਾਦੀ ਸੀ, ਪ੍ਰਸ਼ਾਦਾ ਪਾਣੀ ਹੁੰਦਾ ਸੀ, ਛਕਾਦੀ ਸੀ। ਚਲੋ ਤੁਸੀਂ ਤਾਂ ਮਦਦ ਕਰਦੇ ਰਹੇ ਹੋ। ਆਪਾਂ ਸਲਾਦ ਕੱਢ ਦੀਦਾ, ਸਲਾਦ ਵੀ ਹੁੰਦਾ ਸੀ ਆਪਣੇ ਕੋਲ। ਤੁਸੀਂ ਤਾਂ ਮਿੱਤਰਤਾ ਕਰਕੇ ਮਦਦ ਕਰਦੇ ਰਹੇ ਹੋ। ਹਾਂ ਮਿੱਤਰਤਾ ਕਰਕੇ ਜੀ। ਜਰਨੈਲ ਜੀ ਜਿਹੜੇ ਦੋਸ਼ ਲਗਾਏ ਨੇ ਤੁਹਾਡੀ ਪਤਨੀ ਹਰਪ੍ਰੀਤ ਕੌਰ ਨੇ ਤੁਹਾਡੇ ਤੇ ਕੁੱਟਮਾਰ ਦੇ, ਕੀ ਮਾਮਲਾ ਹੈ ਜੀ ਪੂਰਾ? ਇਹ ਤਾਂ ਸਰ ਦਰਅਸਲ ਮੈਨੂੰ 3 ਮਹੀਨੇ ਹੋ ਗਏ ਪਿੰਡ ਆਏ ਨੂੰ ਜੀ। ਹਾਂਜੀ ਪਹਿਲਾਂ ਮੈਂ ਕਟਾਣਾ ਸਾਹਿਬ ਡਿਊਟੀ ਕਰਦਾ, ਜਦ ਤੇ ਪਿੰਡ ਆਇਆ ਜਦ ਤੇ ਨੇ ਮੇਰੇ ਖਿਲਾਫ ਘੱਟੋ ਘੱਟ ਜ਼ਿਆਦਾ ਨਹੀਂ ਤਾਂ 5-6 ਪਰਚੇ ਖੇੜੀ ਨੌ ਸਿੰਘ ਥਾਣੇ ਦਿੱਤੇ ਨੇ ਜੀ। ਕਹਿੰਦੀ ਮੈਨੂੰ ਖਰਚਾ ਨਹੀਂ ਦਿੰਦਾ, ਦਾਰੂ ਪੀ ਕੇ ਮੈਨੂੰ ਕੁੱਟਦਾ ਮਾਰਦਾ ਜੀ, ਤੇ ਬਗਾਨੀ ਜਨਾਨੀਆਂ ਨਾਲ ਇਹਦੇ ਸੰਬੰਧ ਨੇ ਜੀ। ਇਹ ਜੇ 4 ਆਰੋਪ ਲਾ ਰਹੀ ਹੈ ਮੇਰੇ ਤੇ ਜੀ। ਜਰਨੈਲ ਜੀ ਤੁਸੀਂ ਗੁਰਦੁਆਰੇ 'ਚ ਸੇਵਾਦਾਰ ਹੋ, ਤੁਹਾਡਾ ਅਮਰ ਛਕਿਆ ਹੋਇਆ? ਬਿਲਕੁਲ ਛਕਿਆ ਹੈ ਜੀ। ਹਾਂਜੀ ਫਿਰ ਸ਼ਰਾਬ ਤੁਸੀਂ ਸੇਵਨ ਕਰਦੇ ਹੋ ਸ਼ਰਾਬ ਦਾ? ਬਿਲਕੁਲ ਨਹੀਂ ਕਰਦਾ ਜੀ। ਮੈਂ ਹੁਣ ਤੱਕ ਮੈਂ ਇਹਨਾਂ ਨੂੰ ਇਹ ਵੀ ਗੱਲ ਕਹਿਤੀ ਮੇਰਾ ਡਾਕਟਰ ਹੀ ਮੈਂ ਨਾ ਕਰਾਓ। ਜਰਨੈਲ ਜੀ ਤੁਹਾਡੀ ਰਿਕਾਰਡਿੰਗ ਹੈ ਆਡੀਓ, ਹਰਪ੍ਰੀਤ ਕੌਰ ਨੇ ਆਡੀਓ ਰਿਕਾਰਡਿੰਗ ਕੀਤੀ ਹੈ, ਤੁਸੀਂ ਗੱਲ ਮੰਨੇ ਹੋ ਵੀ ਹੁਣ ਵੀ ਮੈਂ ਗੁਰਦੁਆਰਾ ਸਾਹਿਬ 'ਚ ਸ਼ਰਾਬ ਪੀਤੀ ਹੋਈ ਆ। ਉਹ ਆਡੀਓ ਸਾਡੇ ਕੋਲ ਪੁੱਜ ਗਈ, ਤੁਹਾਡੀ ਆਡੀਓ। ਹੈਲੋ ਇੱਕ ਮਿੰਟ ਸਰ। ਨਹੀਂ ਮੈਂ ਮੰਨਿਆ ਰਿਕਾਰਡਿੰਗ ਦੇ ਵਿੱਚ ਜੀ। ਰਿਕਾਰਡਿੰਗ ਤੁਸੀਂ ਬੋਲੇ ਹੋਏ ਹੋ ਵੀ ਸ਼ਰਾਬ ਮੈਂ ਪੀਤੀ ਹੈ, ਗੁਰਦੁਆਰੇ ਖੜਾ ਇਸ ਟਾਈਮ ਵੀ। ਨਹੀਂ ਬਿਲਕੁਲ ਨਹੀਂ ਮੈਂ ਮੰਨਿਆ ਜੀ, ਕੋਈ ਗੱਲ ਹੈ ਜੀ। ਅੱਛਾ ਤੁਹਾਡੇ ਤੇ ਇੱਕ ਹੋਰ ਇਲਜ਼ਾਮ ਆ, ਜਦੋਂ ਤੁਸੀਂ ਕਟਾਣਾ ਸਾਹਿਬ ਸੇਵਾਦਾਰ ਸੀਗੇ ਉੱਥੇ ਤੁਹਾਡੇ ਮੀਟ ਬਣਾਉਣ ਦੀ ਵੀ ਕਿਚਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਮੀਟ ਬਣਾਇਆ? ਬਿਲਕੁਲ ਨਹੀਂ ਬਣਾਇਆ ਜੀ, ਨਾ ਮੈਂ ਬਣਾਇਆ ਨਾ ਮੈਂ ਕਦੇ ਖਾਧਾ। ਅੱਛਾ ਤੁਹਾਡੇ ਤੇ ਇੱਕ ਚੋਰੀ ਦਾ ਇਲਜ਼ਾਮ ਵੀ ਲਾ ਰਿਹਾ ਵੀ ਗੁਰਦੁਆਰਾ ਸਾਹਿਬ ਚੋਂ ਚੋਰੀ ਕੀਤੀ ਸੀ? ਕੋਈ ਚੋਰੀ ਨਹੀਂ ਕੀਤੀ ਹੈ ਜੀ। ਠੀਕ ਹੈ, ਮਤਲਬ ਤੁਸੀਂ ਇਹ ਸਾਰੇ ਜਿਹੜੇ ਦੋਸ਼ਾਂ ਨੂੰ ਬੇਬੁਨਿਆਦ ਮੰਨ ਰਹੇ ਹੋ? ਬਿਲਕੁਲ ਮੰਨਦੇ ਹਾਂ ਜੀ। ਅੱਛਾ ਮਤਲਬ ਝੂਠਾ ਦੋਸ਼ ਲਾ ਰਹੇ ਨੇ? ਬਿਲਕੁਲ ਝੂਠਾ ਦੋਸ਼ ਹੈ ਜੀ। ਅੱਛਾ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਸੰਬੰਧ 'ਚ? ਨਹੀਂ ਇਹਦੇ ਸੰਬੰਧ 'ਚ ਹੋਰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਇਹ ਗੱਲ ਕਹਾਂਗਾ ਵੀ ਜੋ ਇਹ ਇਲਜ਼ਾਮ ਲਾ ਰਹੇ ਨੇ ਜੀ, ਮੈਂ ਤਾਂ ਹੁਣ ਤੱਕ ਇਹਨਾਂ ਨੂੰ ਇਹ ਗੱਲ ਕਹਿ ਰਿਹਾ ਤੇ ਮੈਂ ਵੀ ਆਪਣਾ ਪਰਿਵਾਰ ਸਮਝ ਕੇ ਘਰੇ ਰਹੋ, ਰਲ ਮਿਲ ਕੇ ਰਹੋ, ਖਰਚਾ ਮੈਂ ਦੇ ਰਿਹਾ, ਸਭ ਕੁਝ ਕਰ ਰਿਹਾ, ਘਰੇ ਸਿਲੰਡਰ ਪਿਆ, ਹਰ ਇੱਕ ਚੀਜ਼ ਸਹੂਲਤ ਪਈ ਹੈ, ਹਰ ਇੱਕ ਸਹੂਲਤ ਪਈ ਹੈ ਜੀ ਜੀ। ਬੱਚੇ ਪੜ੍ਹਾ ਰਹੇ ਆ, ਬੱਚਿਆਂ ਦੀ ਫੀਸਾਂ ਹੁਣ ਤੱਕ ਮੈਂ ਤਾਰਦਾ ਆਇਆ ਜੀ। ਜਰਨੈਲ ਸਿੰਘ ਜੀ ਕੁੱਟਮਾਰ ਕੀਤੀ ਹੋਈ ਆ, ਜਿਹੜਾ ਤੁਹਾਡਾ ਬੇਟਾ ਉਹਦੇ ਵੀ ਸੱਟਾਂ ਲੱਗੀਆਂ ਹੋਈਆਂ?
ਮੈਂ ਹੁਣ ਜਦੋਂ ਪਰਸੋਂ ਘਰੇ ਆਇਆ ਸੀਗਾ, ਮੈਨੂੰ ਇਹਨਾਂ ਨੇ ਪਹਿਲਾਂ ਕੁੱਟਮਾਰ ਇਹਨਾਂ ਨੇ ਸ਼ੁਰੂ ਕੀਤੀ ਹੈ, ਮੇਰੇ ਬੇਟੇ ਨੇ ਤੇ ਮੇਰੀ ਘਰ ਦੀ ਨੇ। ਅੱਛਾ। ਮੈਂ ਆਇਆ ਡਿਊਟੀ ਤੋਂ ਆ ਕੇ ਮੈਨੂੰ ਮਨ ਦੇ ਵਿੱਚ ਇਹ ਰੋਸ ਸੀਗਾ ਵੀ ਜਦੋਂ ਸਮਝੌਤਾ ਹੋ ਗਿਆ, ਬੋਮਨ ਸਾਲ ਦੇ ਵਿੱਚ ਸਮਝੌਤਾ ਹੋ ਗਿਆ, 3-4 ਸਮਝੌਤੇ ਖੇੜੀ ਥਾਣੇ ਦੇ ਵਿੱਚ ਹੋ ਗਏ, ਵੀ ਹੁਣ ਰਿਪੋਰਟਾਂ ਕਿਹੜੀ ਗੱਲ ਦੀਆਂ ਦੇ ਰਹੀ ਹੈ। ਇਹਨੇ 4-5 ਸਮਝੌਤੇ ਹੋਣ ਦੇ ਬਾਵਜੂਦ ਵੀ ਫਿਰ ਮੇਰੇ ਤੇ ਪਰਚਾ ਦਿੱਤਾ ਖੇੜੀ ਥਾਣੇ ਦੇ ਵਿੱਚ ਜੀ। ਅੱਛਾ। ਮੈਂ ਉਹ ਰੋਸ ਕਾਰਨ ਮੈਂ ਪਾਪਾ ਜੀ ਨੂੰ, ਆਪਣੇ ਫਾਦਰ ਸਾਹਿਬ ਨੂੰ ਕਹਿਤਾ, ਮੈਂ ਪਾਪਾ ਜੀ ਮੇਰਾ ਅੱਜ ਉੱਧਰ ਰੋਟੀ ਪਾਣੀ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਵੀ ਉਹ ਬਾਰ-ਬਾਰ ਮੇਰੇ ਤੇ ਰਿਪੋਰਟਾਂ ਦੇਈ ਜਾ ਰਹੀ ਹੈ। ਹਾਂ। ਮੈਂ ਕਹਿਤਾ ਮੈਂ ਵੀ ਤੁਸੀਂ ਐਂ ਕਰੋ, ਭਾਬੀ ਨੂੰ ਕਹਿ ਦਿਓ ਮੈਨੂੰ ਚਾਹ ਬਣਾ ਦੂਗੀ ਜੀ। ਉਹਨੇ ਇੰਨੀ ਗੱਲ ਕਹਿ ਕੇ ਤੇ ਉਹਨੂੰ ਮੇਰੀ ਭਰਜਾਈ ਨੂੰ ਕਹਿੰਦੀ ਮੈਂ ਤੇਰੀਆਂ ਮਜੀਠੀਆਂ ਪੜ ਦੂੰਗੀ, ਤੂੰ ਚਾਹ ਬਣਾ ਕੇ ਦਿਖਾ ਇਹਨੂੰ। ਅੱਛਾ। ਮੈਂ ਉਧਰ ਚਲੋ ਬੈਠਣ ਲੱਗਿਆ ਆਪਣੇ ਕਮਰੇ 'ਚ ਜਾ ਕੇ, ਜਿਹੜਾ ਸਾਡਾ ਆਪਣਾ ਕਮਰਾ ਸੀ, ਮੈਂ ਉੱਥੇ ਜਾ ਕੇ ਬੈਠਣ ਲੱਗਿਆ। ਮੈਨੂੰ ਇਹ ਘਰ ਦੀ ਮੇਰੀ ਟੁੱਟ ਕੇ ਪੈ ਗਈ ਜੀ। ਉਧਰੋਂ ਮੇਰਾ ਬੇਟਾ ਆ ਗਿਆ, ਬੇਟਾ ਪੈ ਗਿਆ। ਉਹਨੇ ਬੇਟੇ ਨੂੰ ਕਹਿਤਾ ਮੈਨੂੰ ਮੇਰੇ ਨਾਲ ਲੜ ਰਿਹਾ, ਮੇਰੇ ਨਾਲ ਕੁੱਟ ਰਿਹਾ, ਬਸ ਬੇਟੇ ਦਾ ਪਹਿਲੀ ਉਹਦੇ ਹੱਥੇ ਚੜਿਆ ਸੀ, ਉਹ ਆ ਕੇ ਉਹ ਵੀ ਮੇਰੇ ਹੱਥ ਵਗੇ ਪੈ ਗਿਆ, ਮੇਰੀ ਪੱਗ ਲਾ ਕੇ ਥੱਲੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ। ਪਾਪਾ ਜੀ ਛਡਾਉਣ ਆਏ, ਪਾਪੇ ਦੇ ਬੇਟੇ ਨੇ ਚੱਕ ਕੇ ਕੁੱਕਰ ਮਾਰਿਆ ਸਰ ਦੇ ਵਿੱਚ। ਅੱਛਾ। ਤੇ ਜਦੋਂ ਕੁਦਰਤੀ ਮੇਰਾ ਨਾਲਾ ਦੀ ਭਰਾ ਵੀ ਆ ਗਿਆ, ਉਹ ਬਿਜਲੀ ਬੋਰਡ 'ਚ ਪ੍ਰਾਈਵੇਟ ਡਿਊਟੀ ਕਰ ਰਿਹਾ। ਹਾਂਜੀ। ਉਹ ਖਾ ਪੀ ਲੈਂਦਾ, ਮੈਂ ਤੁਹਾਨੂੰ ਦੱਸਾਂ ਸਿੱਧੀ ਗੱਲ ਦੱਸਾਂ ਵੀ ਉਹ ਪੀਂਦਾ ਨਹੀਂ ਹੈਗਾ, ਜੋ ਨਹੀਂ ਕਰਦਾ ਹੈਗਾ। ਠੀਕ ਹੈ, ਉਹਦਾ ਮਹਿਕਮਾ ਇਹੋ ਜਿਹਾ ਹੈ ਜੀ। ਤੇ ਉਹਦੇ ਕਿਤੇ 2 ਪੈਗ ਲਾਏ ਵੀ ਸੀ, ਉਹ ਸਾਨੂੰ ਛਡਾਉਣ ਲੱਗ ਗਿਆ ਜੀ। ਇਹਨੇ ਕੁੱਕਰ ਉਹਦੇ ਸਿਰ 'ਚ ਵੀ ਮਾਰਿਆ ਜੀ ਮੁੰਡੇ ਨੇ। ਫਿਰ ਤੁਸੀਂ ਇਹਨਾਂ ਦੇ ਮਾਰੇ ਖੋਕੇ? ਉਹ ਤੋਂ ਬਾਅਦ ਅਸੀਂ ਹੱਥੋਂ ਪਾਈ ਹੋਇਆ, ਮੈਂ ਵੀ ਹੋਇਆ ਉਹਨਾਂ ਨਾਲ, ਉਹ ਵੀ ਸਾਡੇ ਨਾਲ ਹੋਇਆ, ਜਾਨੀ ਮੇਰੇ ਇਹਨਾਂ ਨੇ ਦਾੜੀ ਦੇ ਕੇਸ ਵੀ ਪੱਟੇ ਨੇ ਜੀ। ਅੱਛਾ। ਹਾਂਜੀ। ਨਹੀਂ ਤੁਹਾਡੀ ਕਿਤੇ ਹੋਰ ਅਨੰਦਪੁਰ ਸਾਹਿਬ, ਜਿੱਥੇ ਤੁਸੀਂ ਗੁਰਦੁਆਰਾ, ਕਿਹੜੇ ਗੁਰਦੁਆਰਾ ਸਾਹਿਬ 'ਚ ਤੁਸੀਂ ਡਿਊਟੀ ਕਰ ਰਹੇ ਹੋ ਇਸ ਟਾਈਮ? ਮੈਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਡਿਊਟੀ ਕਰਦਾ ਜੀ। ਹੁਣ ਕੋਈ ਉੱਥੇ ਝਗੜਾ ਹੋਇਆ ਤੁਹਾਡਾ? ਕਿੱਥੇ? ਉੱਥੇ ਜੀ? ਹਾਂਜੀ। ਉੱਥੇ ਕੋਈ ਝਗੜਾ ਨਹੀਂ ਹੋਇਆ ਜੀ। ਅੱਛਾ, ਕੋਈ ਦਿੱਕਤ, ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ ਜੀ? ਨਹੀਂ, ਉੱਥੇ ਕੋਈ ਗੱਲਬਾਤ ਨਹੀਂ ਹੋਈ, ਉੱਥੇ ਮੇਰੀ ਵਧੀਆ ਡਿਊਟੀ ਚੱਲ ਰਹੀ ਹੈ। ਨਹੀਂ, ਉਸ ਟਾਈਮ ਤੁਸੀਂ ਡਿਊਟੀ ਤੇ ਹੋ? ਪਰਿਵਾਰ ਮੇਰਾ ਪਿੰਡੇ ਰਹਿੰਦਾ ਜਾਨੀ। ਹੁਣ ਨਹੀਂ, ਹੁਣ ਤੁਸੀਂ ਡਿਊਟੀ ਤੇ ਹੋ ਉੱਥੋਂ? ਹਾਂਜੀ। ਹੁਣ ਤੁਸੀਂ ਡਿਊਟੀ ਤੇ ਹੋ ਉੱਥੋਂ? ਨਹੀਂ, ਹੁਣ ਮੈਂ ਡਿਊਟੀ ਤੇ ਨਹੀਂ, ਹੁਣ ਮੈਂ ਘਰੇ ਆ ਜੀ ਹਜੇ। ਅੱਛਾ, ਉੱਥੇ ਡਿਊਟੀ ਤੇ ਤੁਸੀਂ ਹੈ ਨਹੀਂ ਹੁਣ? ਹੈ ਨਹੀਂ, ਹੁਣ ਮੈਂ ਡਿਊਟੀ ਤੇ ਨਹੀਂ ਹੈ ਜੀ, ਮੈਂ ਤਾਂ ਸਗੋਂ ਘਰੇ ਆ ਜੀ। ਅੱਜ ਜਾਣਾ ਸੀਗਾ, ਅੱਜ ਮੈਂ ਮਤਲਬ ਸਮਾਨ ਜਾ ਕੇ ਦੇਖਦਾ ਸੈੱਟ ਕਰਨ ਵਾਸਤੇ ਵੀ ਕਿਤੇ ਸੈੱਟ ਸੁੱਟ ਕਰਦੀ। ਇਹ ਤਾਂ ਗਾਹ ਪਾ ਕੇ ਗਈ ਹੋਈ, ਕੋਈ ਸਮਾਨ, ਦਾਲਾਂ ਸਬਜ਼ੀਆਂ ਉਕਣੇ ਗਿਰੀਆਂ ਪਈਆਂ ਨੇ। ਅੱਜ ਸਾਰਾ ਦਿਨ ਮੈਂ ਸਫਾਈ ਕਰਦਾ ਰਿਹਾ ਕਮਰੇ ਦੀ। ਜੋਗਾ ਜੀ, ਇੱਕ ਆਪਣੇ ਇੱਥੇ ਮੁਲਾਜ਼ਮ ਹੁੰਦਾ ਸੀਗਾ ਜਰਨੈਲ ਸਿੰਘ, ਸੇਵਾਦਾਰ, ਕਿਤੇ ਤੁਹਾਡੇ ਕਟਾਣਾ ਸਾਹਿਬ। ਹਾਂਜੀ। ਉਹਦੀ ਪਤਨੀ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਨੇ ਵੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਰਾਬ ਦਾ ਸੇਵਨ ਕਰਦਾ ਸੀਗਾ, ਮੀਟ ਤੱਕ ਬਣਾਉਂਦਾ ਸੀ, ਵੱਡੇ ਇਲਜ਼ਾਮ, ਔਰ ਰਾਸ਼ਨ ਚੋਰੀ ਕਰਦਾ ਸੀ। ਹਾਂਜੀ, ਇਹ ਗੁਰਦੁਆਰਾ ਸਾਹਿਬ 'ਚ ਜਦੋਂ ਵੀ ਤੁਹਾਡੇ ਤੋਂ ਪਹਿਲਾਂ ਲੱਗਿਆ ਹੋਣਾ ਉਹ? ਹਾਂ, ਮੇਰੇ ਤੋਂ ਪਹਿਲਾਂ ਵੀ ਹੈਗਾ ਸੀ। ਵੈਸੇ ਕੋਈ ਗੱਲ ਤਾਂ ਅਸੀਂ ਸੁਣੀ ਹੈਗੀ ਅੱਜ ਤੱਕ ਕਦੀ ਉਹਦੀ ਹੈ ਜੀ। ਆਪਣੇ ਕੋਲ ਫਤਿਹਗੜ੍ਹ ਸਾਹਿਬ ਵੀ ਰਿਹਾ ਉਹ ਇੱਥੇ ਪਹਿਲਾਂ। ਫਿਰ ਮੈਨੇਜਰ ਸਾਹਿਬ, ਮੈਂ ਨਾ ਬਾਅਦ 'ਚ ਉਹਨਾਂ ਨਾਲ ਗੱਲ ਕੀਤੀ, ਫੋਨ ਤੇ ਔਨ ਰਿਕਾਰਡਿੰਗ ਗੱਲ ਕੀਤੀ ਮੈਂ ਉਹਨਾਂ ਨਾਲ। ਉਹ ਮੰਨੇ ਵੀ ਮੈਂ ਰਾਸ਼ਨ ਲਿਜਾਂਦਾ ਸੀ। ਮੇਰੀ ਜਿਹੜੀ ਪਤਨੀ ਹੈ ਉਹ ਕਹਿੰਦੀ ਸੀ ਵੀ ਰਾਸ਼ਨ ਲੈ ਕੇ ਨਾ ਜਾ, ਵੀ ਤੁਹਾਡੀ 27,000 ਤਨਖਾਹ ਹੈ, ਵੀ ਬਹੁਤ ਕੁਝ ਦਾਤੇ ਨੇ ਦਿੱਤਾ ਹੋਇਆ ਹੈ, ਵੀ ਇਦਾਂ ਦੀ ਚੋਰੀ ਕਰਕੇ ਰਾਸ਼ਨ ਨਾ ਲਿਆ। ਕਹਿੰਦਾ ਫਿਰ ਮੈਂ ਕਿਹਾ ਵੀ ਜਿਹੜਾ ਰਾਸ਼ਨ ਮੈਂ ਲਿਆਉਣਾ, ਤੁਹਾਨੂੰ ਗੁਰਦੁਆਰੇ ਰੱਖਣ ਦਾ ਕੀ ਫਾਇਦਾ ਜੇ ਮੈਂ ਰਾਸ਼ਨ ਨਹੀਂ ਲੈ ਕੇ ਆਉਂਗਾ ਗੁਰਦੁਆਰੇ 'ਚੋਂ? ਉਹਨੇ ਮੰਨੀ ਆ ਗੱਲ ਇਹ। ਉਹਨੇ ਇਹ ਵੀ ਮੰਨੀ ਆ ਵੀ ਜਿੰਨੇ ਸਾਡੇ ਜਿਹੜੇ ਸਟੋਰ ਕੀਪਰ ਹੁੰਦੇ ਆ, ਜਿਹੜੇ ਸਟੋਰ ਸਾਂਭਦੇ ਨੇ, ਵੀ ਉਹ ਵੰਡ ਕੇ ਰਾਸ਼ਨ ਦਿੰਦੇ ਨੇ ਸਾਰੇ ਮੁਲਾਜ਼ਮਾਂ ਨੂੰ। ਇਹ ਹੋ ਸਕਦੀ ਹੈ ਗੱਲ ਕਿਤੇ? ਨਹੀਂ ਹੋ ਸਕਦਾ। ਤੁਸੀਂ ਤਾਂ ਇੱਥੇ ਰਹਿਣਾ ਹੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ, ਤੁਹਾਨੂੰ ਪਤਾ ਹੀ ਹੈ। ਚਲੋ ਆਪਣੇ ਕੋਲ ਮਨੇ ਸਾਹਿਬ, ਆਪਣੇ ਕੋਲ ਪ੍ਰਬੰਧ ਨਹੀਂ ਨਾ ਹੈਗਾ ਵੀ ਮੈਂ ਪ੍ਰਬੰਧ ਦੇਖਾਂ। ਸਾਡਾ ਤਾਂ ਆ ਵੀ ਮੱਥਾ ਟੇਕਿਆ, ਕਦੀ ਖਬਰ ਬਣਾਈ, ਆਪਣੇ ਘਰ ਨੂੰ ਚਲੇ ਗਏ। ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਇਹਦਾ 500 ਗ੍ਰਾਮ ਦਾ ਹਿਸਾਬ ਤਾਂ ਹੁੰਦਾ ਜੀ। ਆਪਾਂ ਸਿੱਧਾ ਨੇ ਆਪਣੇ ਕੋਲ ਆਪਾਂ ਕੱਟਦੇ ਆ ਰਸੀਦ, ਕੋਈ ਨਹੀਂ ਫਿਰ ਇਹ ਸਮਾਨ ਲੈ ਕੇ ਆਉਂਦੇ ਆ, ਕੋਈ ਸਮਾਨ ਉਹ ਕਰਦੇ ਆ। ਇਹ ਬੰਦਾ ਫਿਰ ਆਪਣੇ ਆਪ ਝੂਠ ਬੋਲਦਾ ਜੀ। ਚੜਾਉਂਦੀ ਹੈ ਆਪਾਂ ਨੂੰ, ਕੋਈ ਆਪਾਂ ਨੂੰ ਸੰਗਤ ਕੋਈ ਦਿੰਦੀ ਹੈ, ਉਹਦੀ ਆਪਾਂ ਸੰਗਤ ਨੂੰ ਰਸੀਦ ਦਿੰਦੇ ਆ। ਜੀ ਨੇ ਸਾਹਿਬ, ਇਹ ਬੰਦਾ ਫਿਰ ਖੁਦ ਤੋਂ ਬਗੈਰ, ਮੰਨ ਲਓ ਗੋਲ ਤੋਂ ਬਗੈਰ ਆਪਾਂ ਗੋਲ ਵਿੱਚ 10 ਰੁਪਏ ਪਾ ਦੇ, ਉਹ ਗੱਲ ਵੱਖਰੀ ਹੈ। ਜੇ ਆਪਾਂ ਕਾਊਂਟਰ ਕਰਾ ਪ੍ਰਸ਼ਾਦ ਤੇ ਵੀ ਜਾਂਦੇ ਆ, ਆਪਾਂ ਚਾਹੇ 10 ਰੁਪਏ ਦਾ ਪ੍ਰਸ਼ਾਦ ਕਰਾਉਂਦੇ ਆ, ਚਾਹੇ 11 ਰੁਪਏ ਦਾ ਕਰਾਉਂਦੇ ਆ, ਚਾਹੇ 21 ਰੁਪਏ ਦਾ ਕਰਾਉਂਦੇ ਆ, ਉਹਦੇ ਵੀ ਨਾਲ ਦੀ ਨਾਲ ਰਸੀਦ ਕੱਟੀ ਜਾਂਦੀ ਹੈ ਜੀ। ਮਨੇ ਸਾਹਿਬ, ਇਹ ਬੰਦਾ ਇਹ ਵੀ ਕਹਿ ਰਿਹਾ ਵੀ ਜਦੋਂ ਵੀ ਮੈਂ ਕੱਲਾ ਰਾਸ਼ਨ ਨਹੀਂ ਲੈ ਜਾਂਦਾ ਸੀ, ਸਾਨੂੰ ਜਿੰਨੇ ਸੀ ਸੇਵਾਦਾਰ ਸੀ ਸਾਨੂੰ ਵੰਡ ਕੇ ਮਿਲਦਾ ਸੀ। ਇਹ ਵੱਡੇ ਇਲਜ਼ਾਮ ਨੇ ਜੀ, ਆਪਣੇ ਆਪ ਤੇ ਸੇਵਾਦਾਰ ਇਲਜ਼ਾਮ ਲਾ ਰਿਹਾ ਹੈ। ਸਿਰਫ ਰਿਹਾ ਹੀ 15 ਦਿਨ, ਇੱਥੇ ਸਾਰਾ 10 ਦਿਨ। ਮਨੇ ਸਾਹਿਬ, ਕਿਤੇ ਮਤਲਬ ਚੋਰੀ ਤੇ ਨਾ ਲੈਂਦਾ, ਵੀ ਚੋਰੀ ਕਰਕੇ ਨਹੀਂ ਲੈਂਦਾ, ਉਹ ਜਿਹੜੀ ਇਹਦੀ ਪਤਨੀ ਇਹਦੇ ਪਰ ਇਲਜ਼ਾਮ ਲਾ ਰਹੀ ਆ। ਜੇ ਇਲਜ਼ਾਮ ਇਹਦਾ ਸਿੱਧ ਹੁੰਦਾ ਹੈ, ਇਹ ਆਪਣੇ ਆਪ ਮੰਨਦਾ ਇਲਜ਼ਾਮ ਨੂੰ, ਫਿਰ ਤਾਂ ਸ਼ਰਾਬ ਦਾ ਸੇਵਨ ਵੀ ਕਰਦਾ ਹੋਣਾ ਇਹ।
ਕੋਈ ਔਰਤ ਨੂੰ ਵੱਧ ਜਿਹੜੀ ਜੀਵਨ ਸਾਥੀ ਆ ਮੈਨੇਜਰ ਸਾਹਿਬ ਔਰਤ ਹੁੰਦੀ ਆ ਆਪਣੀ ਕਾਰਨ ਇਹ ਹੈ ਜੀ ਇਹਦੇ ਬਾਰੇ ਦੇਖੋ ਮੇਰੇ ਕੋਲ ਤਾਂ ਰਿਹਾ ਹੀ ਨਹੀਂ ਮੁਲਾਜ਼ਮ, ਇਹ ਮੇਰੇ ਕੋਲ 10 ਦਿਨਾਂ ਬਾਅਦ ਉਹ ਬਦਲ ਗਿਆ ਜੀ 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 ਮੇਰੇ ਆਉਂਦਿਆਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਮੈਨੇਜਰ ਸਾਹਿਬ ਮੇਰੀ ਮੈਨੇਜਰ ਸਾਹਿਬ ਨਾਲ ਦੀ ਨਾਲ ਜੇ ਮੰਨ ਲਓ ਕੋਈ ਹੁੰਦੀ ਆ ਨਾਲ ਦੀ ਨਾਲ ਅਸੀਂ ਅੰਮ੍ਰਿਤਸਰ ਨੂੰ ਦਿੰਦੇ ਆ, ਸਾਡੇ ਡਾਕਟਰੀ ਹੁੰਦੀ ਆ, ਸਾਰਾ ਕੁਝ ਹੁੰਦਾ ਹੈ। ਮੈਨੇਜਰ ਸਾਹਿਬ ਕੰਮ ਕਿੱਥੇ ਕੀ ਹੋ ਸਕਦਾ ਜੀ? ਮੈਨੇਜਰ ਸਾਹਿਬ ਮੇਰੀ ਨਾ ਜੀ ਮੇਰੀ ਹੁਣੀ ਆਨੰਦਪੁਰ ਸਾਹਿਬ ਜਿਹੜੇ ਮੈਨੇਜਰ ਸਾਹਿਬਾਨ ਨੇ ਮਲਕੀਤ ਸਿੰਘ ਜੀ ਨਾਲ ਮੇਰੀ ਗੱਲ ਹੋਈ ਹੈ। ਉਹਨਾਂ ਕਿਹਾ ਵੀ ਉੱਥੋਂ ਗੈਰ ਹਾਜ਼ਰ ਹੈ ਵੀ ਅਸੀਂ ਲੱਭ ਰਹੇ ਹਾਂ ਇਹਨੂੰ। ਇਹ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਵੀ ਉੱਥੋਂ ਵੀ ਗੈਰ ਹਾਜ਼ਰ ਹੈ ਵੀ ਅਸੀਂ ਨੂੰ ਲੱਭ ਰਹੇ ਹਾਂ, ਸਾਨੂੰ ਮਿਲ ਨਹੀਂ ਰਿਹਾ ਹੈ ਵੀ ਉਹ ਅਸੀਂ ਲਿਖ ਕੇ ਭੇਜ ਦਿੱਤਾ। ਆਪਣੇ ਕੋਲ ਬਦਲ ਕੇ ਗਏ ਨੂੰ ਜਦੋਂ ਮੈਂ ਆਇਆ ਨਾਲ ਦੀ ਨਾਲੇ ਉਸ ਟਾਈਮ ਬਦਲ ਗਿਆ। ਅੱਛਾ ਇਹ ਚਲਾ ਗਿਆ ਸੀ ਤੁਹਾਡੇ ਆਉਣ ਤੋਂ ਪਹਿਲਾਂ ਹੈ ਜੀ? ਹਾਂਜੀ ਜੀ ਠੀਕ ਆ ਮੈਨੇਜਰ ਸਾਹਿਬ, ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਤੇ। ਹੈਲੋ ਮੈਨੇਜਰ ਸਾਹਿਬ ਆਨੰਦਪੁਰ ਸਾਹਿਬ ਤੋਂ ਬੋਲਦੇ ਆ ਜੀ? ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਨੇਜਰ ਸਾਹਿਬ ਪਰਿਵਾਰ ਵਿਛੋੜੇ ਗੁਰਦੁਆਰੇ 'ਚ ਤੁਹਾਡਾ ਜਰਨੈਲ ਸਿੰਘ ਇੱਕ ਸੇਵਾਦਾਰ ਲੱਗਿਆ ਹੋਇਆ ਜੀ ਉੱਥੇ? ਹਾਂਜੀ ਸਰ ਉਹਦੇ ਉੱਪਰ ਉਹਨਾਂ ਦੀ ਪਤਨੀ ਵੱਲੋਂ ਗੰਭੀਰ ਇਲਜ਼ਾਮ ਨੇ ਉਹਦੇ ਉੱਤੇ। ਹਾਂਜੀ ਉਹਨਾਂ ਮੈਨੂੰ ਉਹਨਾਂ ਦੇ ਬਦਰਨ ਦਾ ਫੋਨ ਆਇਆ ਸੀ, ਫਿਰ ਉਹ ਛੁੱਟੀ ਤੇ ਸਾਡੇ ਕੋਲ ਗੈਰ ਹਾਜ਼ਰ ਚੱਲਦਾ ਜੀ। ਕੀ ਕਾਰਨ ਰਿਹਾ ਗੈਰ ਹਾਜ਼ਰੀ ਦੇ ਜੀ? ਪਤਾ ਨਹੀਂ, ਸਾਡੇ ਕੋਲ ਤਾਂ ਛੁੱਟੀ ਗਿਆ ਸੀ ਪਹਿਲਾਂ। ਅੱਛਾ ਛੁੱਟੀ ਗਿਆ ਤੇ ਹਾਜ਼ਰੀ ਨਹੀਂ ਹੋਇਆ। ਮੈਂ ਉਹਨੂੰ ਮੁੰਡੇ ਨੂੰ ਕਹਿ ਦਿੱਤਾ ਵਾ ਇੰਚਾਰਜ ਨੂੰ, ਮੈਂ ਕਿਹਾ ਮੈਨੂੰ ਲਿਖ ਕੇ ਦੇ, ਮੈਂ ਕੱਲ ਨੂੰ ਅੱਜ ਦਫ਼ਤਰ ਬੰਦ ਆ ਸਿਕਿਉਰਿਟੀ, ਕੱਲ ਨੂੰ ਮੈਂ ਦਫ਼ਤਰ ਨੂੰ ਭੇਜ ਦੇਣਾ ਜੀ, ਸਾਡੇ ਕੋਲ ਗੈਰ ਹਾਜ਼ਰ ਚੱਲਦਾ। ਮੈਨੇਜਰ ਸਾਹਿਬ ਉਹਦੇ ਪਰ ਉਹਦੀ ਪਤਨੀ ਵੱਲੋਂ ਗੰਭੀਰ ਇਲਜ਼ਾਮ ਨੇ ਵੀ ਉਹ ਸ਼ਰਾਬ ਦਾ ਸੇਵਨ ਕਰਦਾ ਹੈ ਔਰ ਗੁਰਦੁਆਰਾ ਸਾਹਿਬ ਦੀ ਕਿਚਨ ਦੇ ਵਿੱਚ ਚਿਕਨ ਮੀਟ ਬਣਾਉਂਦਾ ਉਹ। ਅੱਛਾ ਨਹੀਂ ਗੁਰਦੁਆਰੇ ਸਾਹਿਬ ਕੀ ਬਣਾਉਣਾ? ਨਹੀਂ ਤੁਹਾਡੀ ਕੋਈ ਨੌਲੇਜ ਹੈਗੀ ਗੱਲ ਹੈ ਕਿ ਪਰਿਵਾਰ ਮੈਂਬਰਾਂ ਨੂੰ ਜ਼ਿਆਦਾ ਪਤਾ ਹੁੰਦਾ, ਜਿਹੜੀ ਪਤਨੀ ਹਮਸਫਰ ਹੁੰਦੀ ਆ ਆਪਣੀ ਪਤਨੀ ਪਤਾ ਜੀ ਉਹ ਸਾਡੇ ਕੋਲ ਹੁਣੇ ਬਦਲ ਕੇ ਆਇਆ, ਉਹ ਮੈਨੂੰ ਜਿਆਦਾ ਕਟਾਣੇ ਦਿਖਾਇਆ ਕਰੇ। ਜੀ ਮੈਂ ਵੀ ਨਵਾਂ ਹੀ ਲੱਗਾ ਜੇ ਇੱਥੇ, ਮੈਨੂੰ ਉਹਦੀ ਪੂਰੀ ਜਾਣਕਾਰੀ ਨਹੀਂ, ਪਰ ਮੈਂ ਸਵੇਰੇ ਇੰਚਾਰਜ ਸੱਦ ਰਿਹਾ ਇੱਥੇ ਜੀ ਉਹਨੂੰ ਮੈਂ ਕਿਹਾ ਵੀ ਤੂੰ ਆ ਭਾਈ ਮੈਨੂੰ ਉਹਦਾ ਦੱਸ ਕੇ ਤੇ ਮੈਂ ਸਾਰਾ ਬਾਇਓਡਾਟਾ ਦਫ਼ਤਰ ਨੂੰ ਸੂਚਿਤ ਕਰ ਦੇਣਾ ਜੀ ਸਵੇਰੇ ਹੀ। ਮੈਨੇਜਰ ਸਾਹਿਬ ਇੱਕ ਮੈਨੂੰ ਹੋਰ ਜਾਣਕਾਰੀ ਦਿਓ। ਉਹਨੇ ਸਾਡੇ ਨਾਲ ਹੁਣ ਫੋਨ ਤੇ ਦੀ ਗੱਲ ਹੋ ਰਹੀ ਸੀ, ਬਕਾਇਦਾ ਸਟੂਡੀਓ 'ਚੋਂ ਗੱਲ ਹੋ ਰਹੀ ਸੀ, ਹੁਣ ਵੀ ਤੁਹਾਡੀ ਲਾਈਵ ਰਿਕਾਰਡਿੰਗ ਹੋ ਰਹੀ ਹੈ। ਹਾਂ ਸਾਡੇ ਨਾਲ ਮੇਰੇ ਨਾਲ ਇਹ ਗੱਲ ਮੰਨਿਆ ਉਹਨੇ ਵੀ ਮੈਂ ਘਰੋਂ ਗੁਰਦੁਆਰਾ ਸਾਹਿਬ ਤੋਂ ਰਾਸ਼ਨ ਲੈ ਜਾਂਦਾ ਸੀ ਤਾਂ ਮੇਰੀ ਜਨਾਨੀ ਔਰਤ ਕਹਿੰਦੀ ਸੀ ਵੀ ਤੁਹਾਡੀ 27,000 ਤਨਖਾਹ ਹੈ ਪਰ ਤੁਸੀਂ ਚੋਰੀ ਨਾ ਕਰੋ। ਉਹ ਕਹਿੰਦਾ ਸੀ ਵੰਡ ਕੇ ਜਿਹੜਾ ਮੈਨੇਜਰ ਆਪਣੇ ਲੰਗਰਾਂ ਦੇ ਹੈੱਡ ਸੀਗੇ ਵੀ ਵੰਡ ਕੇ ਸਾਰੇ ਮੁਲਾਜ਼ਮਾਂ ਨੂੰ ਰਾਸ਼ਨ ਦੇ ਦਿੰਦੇ ਸੀ ਉਹ। ਇਹ ਇਦਾਂ ਦਾ ਕੁਝ ਹੈ? ਉੱਥੇ ਦੇ ਦਿੰਦੇ ਜਿੱਥੋਂ ਆਇਆ ਹੈ ਬਦਲ ਕੇ? ਇਹ ਨਹੀਂ ਮੈਨੂੰ ਦੱਸਿਆ ਹੈਗਾ ਵੀ ਕਿੱਥੋਂ ਦਿੰਦੇ ਨੇ, ਵੀ ਕਹਿੰਦਾ ਸਾਨੂੰ ਮਿਲਦਾ ਸੀ ਰਾਸ਼ਨ ਵੀ ਮੇਰੀ ਜਨਾਨੀ ਨੂੰ ਬਰਦਾਸ਼ਤ ਨਹੀਂ ਸੀ ਵੀ ਉਹ ਕਹਿੰਦੀ ਸੀ ਚੋਰੀ ਨਾ ਕਰ, ਵੀ 27,000 ਰੁਪਇਆ ਤੇਰੀ ਤਨਖਾਹ ਏ ਵੀ ਤੂੰ ਚੋਰੀ ਨਾ ਕਰ, ਵੀ ਇਹਦੇ 'ਚ ਆਪਣਾ ਗੁਜ਼ਾਰਾ ਕਰੋ। ਕੋਈ ਇਦਾਂ ਦਾ ਸਿਸਟਮ ਹੈਗਾ ਵੀ ਜਿਹੜਾ ਲੰਗਰਾਂ ਦਾ ਇੰਚਾਰਜ ਹੁੰਦਾ ਉਹ ਮੁਲਾਜ਼ਮਾਂ ਨੂੰ ਵੰਡ ਕੇ ਚਾਹ ਚੀਨੀ ਆਟਾ ਦਿੰਦਾ ਹੋਵੇ? ਜਦੋਂ ਰਾਸ਼ਨ ਨਿਕਲਦਾ ਬੋਚਰ ਭਰ ਹੁੰਦਾ, ਬੋਚਰ ਭਰ ਕੇ ਮੁੜ ਕੇ ਬਕਾਇਦਾ ਸਾਡੇ ਇੱਕ ਰਜਿਸਟਰ ਲੱਗਾ ਹੁੰਦਾ, ਸ਼ਾਮ ਨੂੰ ਰਜਿਸਟਰ ਨਾਲ ਮਿਲਾਇਆ ਜਾਂਦਾ ਤੇ ਫਿਰ ਬੋਚਰ ਮਿਲਾਇਆ ਜਾਂਦਾ, ਫੇਰ ਖਰਚ ਪੈਂਦਾ। ਏਦਾਂ ਕਿੱਦਾਂ ਦੇ ਦਾਂਗੇ ਜੀ, ਅਸਾਂ ਤਾਂ ਰੇਸ਼ੋ ਨਾਲ ਖਰਚ ਪੈਂਦਾ ਨਾਲੇ। ਚਲੋ ਆਪ ਮੰਨਿਆ ਜੀ ਸਾਡੇ ਕੋਲ ਉਹ। ਚਲੋ ਮੈਨੇਜਰ ਸਾਹਿਬ ਉਹ ਜਿੱਥੇ ਗੁਰਦੁਆਰੇ 'ਚ ਰਿਹਾ ਹੋਊਗਾ ਉੱਥੇ ਭਾਵੇਂ ਹੁੰਦਾ ਹੋਵੇ, ਇੱਥੇ ਨਹੀਂ ਹੁੰਦਾ ਏਦਾਂ। ਨਹੀਂ ਮੈਨੇਜਰ ਸਾਹਿਬ ਕਿਤੇ ਵੀ ਨਹੀਂ ਹੋਣਾ ਚਾਹੀਦਾ। ਨਹੀਂ ਜੀ ਮੈਂ ਫਿਰ ਹੁਣ ਆਪਣੇ ਇੱਥੇ ਗੁਰਦੁਆਰੇ ਦੀ ਮੈਂ ਦੱਸ ਰਿਹਾ ਤੁਹਾਨੂੰ। ਜੀ ਉਹ ਪਤਾ ਨਹੀਂ ਕਿੱਥੋਂ ਆਇਆ, ਮੈਨੂੰ ਇਹ ਵੀ ਨਹੀਂ ਪਤਾ, ਮੈਂ ਤਾਂ ਨਵਾਂ ਹੀ ਲੱਗਾ। ਅੱਛਾ ਜੀ ਇੱਥੇ ਮੈਂ ਤੇ ਸਵੇਰੇ ਮੈਂ ਉਹਨੂੰ ਸੱਦ ਲਿਆ ਜੀ, ਸਵੇਰੇ ਸੱਦ ਕੇ ਮੈਂ ਤਾਂ ਦਫ਼ਤਰ ਨੂੰ ਸੂਚਿਤ ਕਰ ਦੇਣਾ ਜੋ ਵੀ ਆ ਉਹਦੇ ਹਾਲਾਤ ਲਿਖ ਕੇ ਭੇਜ ਦੇਣਾ, ਆਪੇ ਦਫ਼ਤਰ ਵਿਹਲਾ ਕਰ ਦੇਵੇ, ਜੋ ਮਰਜ਼ੀ ਕਰ ਦੇਵੇ। ਜੀ ਮੈਨੇਜਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਤੇ। ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी वो दोबारा आने लग गए।
ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ